आसा हिंदू तुरक कहाँ ते आए, किन ए राह चलाई, दिल में सोच विचार कवादे, पेस्त दोजक किन पाई। शब्द तो प्रतीत ਹੁੰਦਾ है कि भगत कबीर जी ਦੀ विचार ਕਿਸੇ ऐसे काजी ਦੇ ਨਾਲ हो रही है जो सिर्फ ਝਗੜਾਲੂ है और जो बहस मुबासा करदा दूजे ਨੂੰ ਨੀਵਾਂ ਦਿਖਾਉਂਦਾ है। ਤਾਂ ਭਗਤ ਕਬੀਰ ਜੀ ਸਮਝਾ ਰਹੇ ਹਨ ਕਿ ਇਸ ਦੁਨੀਆ ਦੇ ਅੰਦਰ ਜਿੰਨੇ ਵੀ ਧਾਰਮਿਕ ਵਾਦ ਵਿਵਾਦ ਨੇ ਜਾਂ ਹੋਰ ਆਪਸੀ ਵਿਚਾਰਕ ਮਤਭੇਦ ਨੇ, ਉਹਨਾਂ ਤੋਂ ਉੱਤੇ ਉੱਠ ਕੇ ਇੱਕ ਪ੍ਰਭੂ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਜੀਵਨ ਨੂੰ ਬਸਰ ਕਰਨਾ ਚਾਹੀਦਾ ਹੈ। ਸਾਰਿਆਂ ਦੇ ਅੰਦਰ ਇੱਕ ਖੁਦਾ ਵਸ ਰਿਹਾ ਹੈ, ਇੱਕ ਰੱਬ ਵਸ ਰਿਹਾ ਹੈ। ਹਰ ਇਨਸਾਨ ਉਸ ਪ੍ਰਭੂ ਦਾ ਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪੇ ਨੂੰ ਪਹਿਚਾਨਣ ਦੀ ਜ਼ਰੂਰਤ ਹੈ। ਤਾਂ ਭਗਤ ਕਬੀਰ ਜੀ ਕਹਿ ਰਹੇ ਨੇ, ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਈ। ਕਹਾਂ ਤੇ ਦਾ ਮਤਲਬ ਕਿੱਥੋਂ, ਕਿਨ ਦਾ ਮਤਲਬ ਕਿਸਨੇ, ਇਹ ਰਾਹ ਦਾ ਮਤਲਬ ਹਿੰਦੂ ਤੇ ਮੁਸਲਮਾਨ ਦੀ ਮਰਿਆਦਾ ਤੇ ਇਹ ਰਸਤੇ। ਤਾਂ ਭਗਤ ਕਬੀਰ ਜੀ ਕਹਿੰਦੇ ਨੇ ਕਿ ਹਿੰਦੂ ਤੇ ਮੁਸਲਮਾਨ ਇੱਕ ਰੱਬ ਤੋਂ ਬਿਨਾਂ ਹੋਰ ਕਿੱਥੋਂ ਪੈਦਾ ਹੋਏ ਨੇ। ਹਿੰਦੂ ਤੁਰਕ ਕਹਾਂ ਤੇ ਆਏ, ਕਿੱਥੋਂ ਆਏ ਨੇ, ਇੱਕ ਰੱਬ ਦੀ ਰਜ਼ਾ ਵਿੱਚ ਹੀ ਪੈਦਾ ਹੋਏ ਨੇ, ਚਾਹੇ ਉਹ ਹਿੰਦੂ ਨੇ, ਮੁਸਲਮਾਨ ਨੇ ਜਾਂ ਕੋਈ ਹੋਰ ਇਨਸਾਨ ਨੇ। ਕਿਨ ਇਹ ਰਾਹ ਚਲਾਈ, ਪ੍ਰਭੂ ਤੋਂ ਬਿਨਾਂ ਇਹ ਕਿਸਨੇ ਰਸਤੇ ਤੋਰੇ। ਜਦੋਂ ਦੋਹਾਂ ਹੀ ਮਤਾਂ ਦੇ ਇਨਸਾਨ ਰੱਬ ਨੇ ਪੈਦਾ ਕੀਤੇ ਤਾਂ ਫਿਰ ਵਿਤਕਰਾ ਕਾਹਦਾ, ਇੱਕ ਦੂਜੇ ਨਾਲੋਂ ਵੱਖਰਾ ਕਾਹਦਾ, ਵਖਰੇਵੇਂ ਕਿਉਂ, ਇੱਕ ਦੂਜੇ ਦੇ ਨਾਲ ਲੜਾਈ ਦੰਗਾ ਫਸਾਦ ਕਿਉਂ, ਨਫ਼ਰਤ ਕਿਉਂ, ਕਿਉਂਕਿ ਸਾਰਿਆਂ ਨੂੰ ਰੱਬ ਨੇ ਹੀ ਪੈਦਾ ਕੀਤਾ ਹੈ। ਤੇ ਵੱਖਰੇ ਵੱਖਰੇ ਰਾਸਤੇ ਕਿਉਂ। ਸਾਨੂੰ ਇਹਨਾਂ ਵਾਦ ਵਿਵਾਦਾਂ ਨੂੰ ਛੱਡ ਕੇ ਉੱਚੀ ਸੁਰਤ ਕਰਕੇ ਸੱਚ ਦੇ ਨਾਲ ਜੁੜਨ ਦੀ ਲੋੜ ਹੈ। ਅਗਲਾ ਬਚਨ ਭਗਤ ਜੀ ਕਰਦੇ ਹਨ, ਦਿਲ ਮਹਿ ਸੋਚ ਵਿਚਾਰ ਕਵਾਦੇ, ਇਸਤ ਦੋਜਕ ਕਿਨ ਪਾਈ। ਕਵਾਦਾ ਹੈ, ਕਹਿੰਦੇ ਨੇ ਝਗੜਾਲੂ ਨੂੰ, ਜਿਹੜਾ ਗਲਤ ਝਗੜੇ ਕਰੇ, ਬਹਿਸਾਂ ਕਰੇ। ਇਸਤ ਦਾ ਮਤਲਬ ਬਹਿਸ਼ਤ, ਜਿਹਨੂੰ ਮੁਸਲਮਾਨ ਲੋਕ ਬਹਿਸ਼ਤ ਕਹਿੰਦੇ ਨੇ, ਹਿੰਦੂ ਵੀ ਸਵਰਗ ਕਹਿੰਦੇ ਨੇ। ਤਾਂ ਦਿਲ ਮਹਿ ਸੋਚ ਵਿਚਾਰ ਕਵਾਦੇ, ਇਸਤ ਦੋਜਕ ਕਿਨ ਪਾਈ। ਕਿ ਹੇ ਕੋਝੇ ਝਗੜਾਲੂ, ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ ਅਸਲੀਅਤ ਲੱਭਣ ਲਈ ਆਪਣੇ ਦਿਲ ਵਿੱਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿੰਨੇ ਦੋਜਕ, ਕੌਣ ਸਵਰਗ ਵਿੱਚ ਗਿਆ ਤੇ ਕੌਣ ਨਰਕ ਵਿੱਚ ਗਿਆ। ਇਸ ਗੱਲ ਦੀ ਵਿਚਾਰ ਕਰ, ਝਗੜਿਆਂ ਨੂੰ ਛੱਡ ਕੇ ਉੱਚਾ ਉੱਠ ਕੇ ਸੋਚ ਕਿ ਕਿਹਨੂੰ ਸਵਰਗ ਲੱਭਾ ਔਰ ਕਿਹਨੂੰ ਨਰਕ, ਕੌਣ ਬਹਿਸ਼ਤ ਵਿੱਚ ਗਿਆ ਔਰ ਕੌਣ ਦੋਜਕ ਵਿੱਚ ਗਿਆ। ਕਿ ਕੇਵਲ ਕਿਸੇ ਮਤ ਦੇ ਬਸਤਰ ਧਾਰਨ ਕਰਨ ਨਾਲ ਬੰਦਾ ਸਵਰਗ ਔਰ ਨਰਕ ਦਾ ਭਾਗੀ ਬਣ ਸਕਦਾ ਹੈ, ਐਸਾ ਨਹੀਂ ਹੈ। ਤਾਂ ਕਿਵੇਂ ਬਹਿਸ਼ਤ ਮਿਲ ਜਾਏਗਾ ਔਰ ਕਿਵੇਂ ਸਵਰਗ ਮਿਲ ਜਾਏਗਾ, ਕਿਹਨੂੰ ਸਵਰਗ ਮਿਲਿਆ ਕਿਹਨੂੰ ਨਰਕ ਮਿਲਿਆ, ਇਸ ਬਾਰੇ ਵਿਚਾਰ ਤਾਂ ਕਰ। ਕਾਜੀ ਤੈਂ ਕਵਨ ਕਤੇਬ ਬਖਾਨੀ। ਤੈਂ ਦਾ ਮਤਲਬ ਤੂੰ, ਕਿ ਇਹ ਕਾਜੀ ਤੂੰ ਕਿਹੜੀਆਂ ਕਿਤਾਬਾਂ ਵਿੱਚੋਂ ਦੱਸ ਰਿਹਾ ਹੈ, ਕਿਹੜੀਆਂ ਕਿਤਾਬਾਂ ਤੂੰ ਪੜ੍ਹੀਆਂ ਨੇ, ਜਿਸ ਤਰ੍ਹਾਂ ਹੀ ਇਹ ਦੱਸ ਰਿਹਾ ਹੈ ਕਿ ਇੱਕ ਬੰਦਾ ਸਵਰਗ ਵਿੱਚ ਜਾਏਗਾ ਤੇ ਦੂਜਾ ਨਰਕ ਵਿੱਚ, ਮੁਸਲਮਾਨ ਸਵਰਗ ਵਿੱਚ ਚਲਾ ਜਾਏਗਾ ਤੇ ਹਿੰਦੂ ਨਰਕ ਵਿੱਚ ਚਲਾ ਜਾਏਗਾ, ਜਾਂ ਕੋਈ ਬਸਤਰ ਧਾਰਨ ਕਰਨ ਦੇ ਨਾਲ ਕੋਈ ਬਹਿਸ਼ਤ ਵਿੱਚ ਚਲਾ ਜਾਏਗਾ ਤੇ ਕੋਈ ਦੋਜਕ ਵਿੱਚ। ਸਿਰਫ ਬਾਹਰੀ ਕਰਮ ਕਾਂਡ ਕਰਨ ਦੇ ਨਾਲ ਕਿਸੇ ਨੂੰ ਬਹਿਸ਼ਤ ਮਿਲ ਜਾਏਗੀ ਤੇ ਕਿਸੇ ਨੂੰ ਦੋਜਕ ਮਿਲ ਜਾਏਗੀ, ਐਵੇਂ ਤੇ ਨਹੀਂ ਨਾ ਹੋ ਸਕਦਾ। ਕਾਜੀ ਤੈ ਕਵਨ ਕਤੇਬ ਬਖਾਨੀ, ਪੜਤ ਗੁਣਤ ਐਸੇ ਸਭ ਮਾਰੇ, ਕਿਨਹੂ ਖਬਰ ਨਾ ਜਾਣੀ। ਗੁਣਤ ਦਾ ਮਤਲਬ ਹੈ ਵਿਚਾਰਦਿਆਂ, ਪੜਤ ਦਾ ਮਤਲਬ ਪੜ੍ਹਦਿਆਂ। ਤਾਂ ਕਬੀਰ ਜੀ ਕਹਿੰਦੇ ਨੇ, ਐਸੇ ਕਈ ਲੋਕ ਪੜ੍ਹਨ ਤੇ ਵਿਚਾਰਨ ਵਾਲੇ, ਜਿਨ੍ਹਾਂ ਨੇ ਆਪਣੀਆਂ ਅੱਖਾਂ ਤੇ ਮੁਤੱਸਬ ਦੀ ਪੱਟੀ ਬੰਨੀ ਹੈ, ਤੁਅੱਸਬ ਦੀ ਪੱਟੀ ਬੰਨੀ ਹੈ, ਈਰਖਾ ਦਵੈਸ਼ ਦੀ, ਮੇਰ ਤੇਰ ਦੇ ਵਿਤਕਰਿਆਂ ਦੀ ਪੱਟੀ ਬੰਨੀ ਹੈ, ਔਰ ਈਰਖਾ ਦਵੈਸ਼ ਵਾਲੀ ਪੱਟੀ ਬੰਨ ਕੇ ਚਾਹੇ ਉਹ ਧਾਰਮਿਕ ਪੁਸਤਕਾਂ ਪੜ੍ਹਦੇ ਨੇ, ਕਬੀਰ ਜੀ ਕਹਿੰਦੇ ਨੇ ਉਹ ਸਭ ਖੁਆਰ ਹੁੰਦੇ ਨੇ। ਉਹਨਾਂ ਨੂੰ ਅਸਲੀਅਤ ਬਾਰੇ ਨਹੀਂ ਪਤਾ, ਉਹ ਅਸਲੀਅਤ ਤੋਂ ਦੂਰ ਰਹਿ ਜਾਂਦੇ ਨੇ। ਪੜਤ ਗੁਣਤ ਐਸੇ ਸਭ ਮਾਰੇ,
यानी जेड़े भी ईरखा दी पट्टी बन के, मेर तेर दी पट्टी बन के धार्मिक पुस्तकां पढ़दे और विचारदे ने, उन्हां ते अमल नहीं करदे, रब्बी रजा विच नहीं तुरदे, मन बचन कर्म करके गुणां दे धारनी नहीं हन, ਤਾਂ ਉਹ ਐਸੇ ਸਭ ਮਾਰੇ ਦਾ ਮਤਲਬ ਸਭ ਆਤਮਿਕ ਮੌਤੇ ਮਰ ਜਾਂਦੇ ਨੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਤੇ ਕਿਸੇ ਨੇ ਵੀ ਜੀਵਨ ਦੀ ਸਹੀ ਖਬਰ ਨਹੀਂ ਜਾਣੀ, ਅਸਲੀਅਤ ਨੂੰ ਨਹੀਂ ਸਮਝਿਆ ਕਿ ਅਸਲੀਅਤ ਕੀ ਹੈ। ਤਾਂ ਜ਼ਿੰਦਗੀ ਦੇ ਅੰਦਰ ਜੇ ਮਨ ਬਚਨ ਕਰਮ ਕਰਕੇ ਬੰਦਾ ਸੱਚ ਦਾ ਧਾਰਨੀ ਨਹੀਂ, ਤਾਂ ਉਹ ਬੰਦਾ ਅਸਲੀਅਤ ਤੋਂ ਦੂਰ ਹੈ, ਉਹਨੇ ਅਸਲੀਅਤ ਨੂੰ ਨਹੀਂ ਸਮਝਿਆ। सख्त स्नेह कर सुन्नत करिए, मैं ना बदूंगा पाई, बदोगा नहीं, इत्थे बिंदी लगा के बदूंगा। इत्थे सकत दा मतलब शक्ति नहीं है, इत्थे सकत दा मतलब है इस्त्री। स्नेह दा मतलब प्यार, सुन्नत दा मतलब मुसलमाना दी एक मजहबी रस्म है। छोटी उम्र दे अंदर बच्चे दी इंद्री दा अगला जो हिस्सा है ਉਹਦਾ ਮਾਸ ਕੱਟ ਦਿੰਦੇ ਨੇ, ਉਹਨੂੰ ਸੁਨਨਤ ਕਹਿੰਦੇ। ਬਦੂੰਗਾ ਦਾ ਮਤਲਬ ਮੰਨਾਂਗਾ, ਭਾਈ ਦਾ ਮਤਲਬ ਹੈ ਭਾਈ। ਤਾਂ ਇਸਤਰੀ ਦੇ ਮੋਹ ਕਰਕੇ ਸੁਨਨਤ ਦਾ ਰਿਵਾਜ ਪਿਆ। ਇਹ ਸੁਨਨਤ ਔਰਤ ਦੇ ਪਿਆਰ ਦੀ ਖਾਤਰ ਹੈ। ਤਾਂ ਮੈਂ ਨਹੀਂ ਮੰਨ ਸਕਦਾ ਕਿ ਇਸ ਦਾ ਰੱਬ ਦੇ ਨਾਲ ਮਿਲਣ ਦਾ ਕੋਈ ਸੰਬੰਧ ਹੈ। ਕਬੀਰ ਜੀ ਕਹਿ ਰਹੇ ਨੇ, ਔਰ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ, ਮੈਂ ਸੇਮ ਪੜ੍ਹ ਕੇ ਸੁਣਾ ਰਿਹਾ ਕਿ ਇਹ ਸੁਨਨਤ ਤਾਂ ਔਰਤ ਦੇ ਪਿਆਰ ਦੀ ਖਾਤਰ ਕੀਤੀ ਜਾਂਦੀ ਹੈ। ਮੈਂ ਨਹੀਂ ਮੰਨ ਸਕਦਾ ਕਿ ਇਹਦਾ ਰੱਬ ਦੇ ਨਾਲ ਮਿਲਣ ਦਾ ਕੋਈ ਸੰਬੰਧ ਹੈ। ਹੁਣ ਦੇਖੋ, ਇਹ ਮੁਸਲਮਾਨਾਂ ਦੀ ਆਪਣੀ ਰਸਮ ਹੈ, ਪਰ ਜੇ ਕੋਈ ਨਿਰਾ ਸੁਨਨਤ ਹੀ ਕਰਾ ਲੈ ਤੇ ਬਾਕੀ ਉਸ ਤੇ ਸਾਰੇ ਕੰਮ ਗਲਤ ਹੋਣ, ਉਹ ਝੂਠ ਵੀ ਬੋਲੇ, ਫਰੇਬ ਵੀ ਕਰੇ, ਤਾਂ ਕੱਲੀ ਸੁਨਨਤ ਕਰਾਉਣ ਦੇ ਨਾਲ ਤਾਂ ਰੱਬ ਨਹੀਂ ਨਾ ਮਿਲੇਗਾ। ਕਬੀਰ ਜੀ ਦਾ ਇਹੀ ਇਸ਼ਾਰਾ ਹੈ ਔਰ ਇਹੀ ਕਾਜ਼ੀ ਨੂੰ ਸਮਝਾ ਰਹੇ ਨੇ। ਤੇ ਨਾਲ ਕਹਿੰਦੇ ਨੇ, ਜ਼ੋਰੇ ਖੁਦਾਏ ਮੋਹਿ ਤੁਰਕ ਕਰੇਗਾ, ਆਪਨ ਹੀ ਕੱਟ ਜਾਈ। ਕਬੀਰ ਜੀ ਕਹਿੰਦੇ ਨੇ ਕਿ ਜੇ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਜੇ ਰੱਬ ਨੂੰ ਇਹ ਚੰਗਾ ਲੱਗੇਗਾ ਕਿ ਮੈਂ ਮੁਸਲਮਾਨ ਹੋਵਾਂ, ਤਾਂ ਆਪਨ ਹੀ ਕੱਟ ਜਾਈ ਦਾ ਮਤਲਬ ਮੇਰੀ ਇੰਦਰੀ ਦੀ ਮਾਸ ਜੋ ਹੈ ਆਪੇ ਹੀ ਕੱਟਿਆ ਜਾਏਗਾ, ਮੇਰੀ ਸੁਨਨਤ ਆਪਣੇ ਆਪ ਹੀ ਹੋ ਜਾਏਗੀ। ਸੁਨਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜੇ ਸਿਰਫ ਸੁਨਨਤ ਕਰਨ ਦੇ ਨਾਲ ਹੀ ਮੁਸਲਮਾਨ ਬਣ ਸਕਦਾ ਹੋਵੇ, ਤਾਂ ਫਿਰ ਔਰਤ ਦਾ ਕੀ ਕਰੋਗੇ? ਔਰਤ ਦੀ ਸੁਨਨਤ ਤਾਂ ਨਹੀਂ ਹੋ ਸਕਦੀ, ਫਿਰ ਔਰਤ ਦਾ ਕੀ ਕਰਾਂਗੇ? ਅਰਧ ਸਰੀਰੀ ਨਾਰ ਨਾ ਛੋੜੈ, ਤਾਂ ਤੇ ਹਿੰਦੂ ਹੀ ਰਹੀਏ। ਰਹੀਏ ਦਾ ਮਤਲਬ ਰਹੀਦਾ ਹੈ। ਅਰਧ ਸਰੀਰੀ ਦਾ ਮਤਲਬ ਅੱਧੇ ਸਰੀਰ ਵਾਲੀ, ਯਾਨੀ ਜੀਵਨ ਦੀ ਸਾਥਣ, ਜੀਵਨ ਦੀ ਸਾਥੀ। ਔਰਤ ਜੀਵਨ ਦੀ ਸਾਥੀ ਹੈ ਨਾ। ਔਰਤ ਔਰ ਮਨੁੱਖ ਇੱਕ ਦੂਜੇ ਦੇ ਪੂਰਕ ਨੇ, ਇਹ ਇੱਕ ਦੂਜੇ ਤੋਂ ਬਿਨਾਂ ਅਧੂਰੇ ਨੇ। ਔਰਤ ਮਨੁੱਖ ਤੋਂ ਬਿਨਾਂ ਤੇ ਮਨੁੱਖ ਔਰਤ ਤੋਂ ਬਿਨਾਂ ਅਧੂਰੇ ਨੇ, ਇੱਕ ਦੂਜੇ ਦੇ ਪੂਰਕ ਨੇ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਜੋ ਜੀਵਨ ਦੀ ਸਾਥੀ ਹੈ, ਜੀਵਨ ਦੀ ਹਰ ਵੇਲੇ ਸਾਂਝੀਵਾਲ, ਭਾਈਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ, ਇਹਦਾ ਸਾਥ ਅਸੀਂ ਛੱਡਦੇ ਨਹੀਂ, ਤਾਂ ਤੇ ਹਿੰਦੂ ਹੀ ਰਹੀਏ। ਫਿਰ ਤੇ ਅਸੀਂ ਹਿੰਦੂ ਹੀ ਰਹਿ ਗਏ, ਫਿਰ ਤਾਂ ਅਸੀਂ ਹਿੰਦੂ ਹੀ ਰਹਿ ਗਏ, ਫਿਰ ਤਾਂ ਮੁਸਲਮਾਨ ਨਾ ਹੋ ਪਏ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਛਾੜ ਕਤੇਬ ਰਾਮ ਭਜ ਬੋਰੇ, ਜ਼ੁਲਮ ਕਰਤ ਹੈ ਭਾਰੀ। ਬੋਰੇ ਦਾ ਮਤਲਬ ਕਮਲੇ, ਬੇਸਮਝ, ਕਿ ਇਹ ਬੇਸਮਝ ਝਗੜਾਲੂ ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਦੇ। ਤੇ ਰਾਮ ਭਜ ਦਾ ਮਤਲਬ ਰੱਬੀ ਸਿਫਤ ਸਲਾਹਕਾਰ, ਰੱਬੀ ਗੁਣਾਂ ਦਾ ਧਾਰਨੀ ਹੋ, ਰੱਬ ਦੀ ਖੁਦਾ ਦੀ ਰਜ਼ਾ ਦੇ ਅੰਦਰ ਚੱਲ, ਰੱਬੀ ਗੁਣਾਂ ਦਾ ਧਾਰਨੀ ਹੋ। ਜ਼ੁਲਮ ਕਰਤ ਹੈ ਭਾਰੀ, ਤੂੰ ਆਪਣੇ ਆਪ ਉੱਤੇ ਬਹੁਤ ਵੱਡਾ ਜ਼ੁਲਮ ਕਰ ਰਿਹਾ ਹੈ ਔਰ ਦੂਜਿਆਂ ਤੇ ਵੀ ਜ਼ੁਲਮ ਕਰ ਰਿਹਾ ਹੈ। ਜੇ ਬੰਦੇ ਦੇ ਅੰਦਰ ਸੱਚ ਨਹੀਂ ਤੇ ਉਹ ਕੇਵਲ ਧਾਰਮਿਕ ਮਿੱਥੀਆਂ ਹੋਈਆਂ ਰਸਮਾਂ ਨਿਭਾਈ ਜਾਂਦਾ, ਤਾਂ ਆਪਣੇ ਆਪ ਤੇ ਜ਼ੁਲਮ ਹੀ ਕਰੀ ਜਾ ਰਿਹਾ ਨਾ। ਚਾਹੇ ਉਹ ਜਿੰਨੇ ਵੀ ਆ ਕਰਮ ਕਾਂਡ ਨੇ ਧਾਰਮਿਕ ਤੌਰ ਤੇ ਵਿਖਾਵੇ ਦੇ, ਤਾਂ ਜ਼ੁਲਮ ਕਰਨ ਦਾ ਮਤਲਬ ਕਸ਼ਟ ਉਠਾ ਰਿਹਾ ਹੈ ਬੰਦਾ। ਚਾਹੇ ਉਹ ਤੀਰਥਾਂ ਤੇ ਵਿਚਰ ਰਿਹਾ ਹੈ, ਵਰਤਨ ਰਾਤੇ ਸਰਾਧ ਨੇ ਜਾਂ ਹੋਰ ਕਰਮ ਕਾਂਡ ਨੇ, ਤਾਂ ਉਹ ਕਰਮ ਕਾਂਡ ਆਪਣੇ ਆਪ ਉੱਤੇ ਜ਼ੁਲਮ ਹੀ ਹੈ।
ਲੋਕਾਂ ਦੇ ਨਾਲ ਬਹਿਸਾਂ ਕਰਨੀਆਂ, ਲੋਕਾਂ ਦੇ ਨਾਲ ਝਗੜੇ ਕਰਨੇ ਔਰ ਕੇਵਲ ਕਰਮ ਕਾਂਡਾਂ ਨੂੰ ਨਿਭਾਈ ਜਾਣਾ। ਤਾਂ ਕਬੀਰ ਜੀ ਕਹਿੰਦੇ ਨੇ ਇਹ ਝਗੜਾਲੂ ਕਾਜੀ ਮਜ਼ਹਬੀ ਕਿਤਾਬਾਂ ਦੇ ਝਗੜੇ ਛੱਡ ਤੇ ਖੁਦਾ ਦਾ ਭਜਨ ਕਰ, ਭਾਵ ਕਿ ਰੱਬੀ ਗੁਣਾ ਦਾ ਧਾਰਨੀ ਹੋ, ਆਪਣੇ ਆਪ ਤੇ ਜ਼ੁਲਮ ਨਾ ਕਰ, ਲੋਕਾਂ ਤੇ ਜ਼ੁਲਮ ਨਾ ਕਰ। ਕਬੀਰ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਛਹਾਰੀ। ਪਛਹਾਰੀ ਦਾ ਮਤਲਬ ਖੁਆਰ ਹੁੰਦੇ ਰਹੇ। ਤਾਂ ਇਸ ਪੰਕਤੀ ਦੇ ਅਰਥ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ, ਮੈਂ ਸੇਮ ਪੜ੍ਹ ਕੇ ਸੁਣਾ ਰਿਹਾ ਆਪ ਨੂੰ। ਕਬੀਰ ਨੇ ਤਾਂ ਇੱਕ ਪ੍ਰਭੂ ਦੇ ਸਿਮਰਨ ਦਾ ਆਸਰਾ ਲਿਆ ਹੈ ਤੇ ਝਗੜਾਲੂ ਮੁਸਲਮਾਨ ਬਹਿਸਾਂ ਵਿੱਚ ਹੀ ਖੁਆਰ ਹੋ ਰਹੇ ਨੇ। ਇੱਥੇ ਉਹਨਾਂ ਦੀ ਗੱਲ ਹੈ, ਹਰ ਇੱਕ ਮੁਸਲਮਾਨ ਦੀ ਗੱਲ ਨਹੀਂ ਹੈ। ਹਰ ਕੌਮ ਦੇ ਅੰਦਰ ਚੰਗੇ ਬੰਦੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਚਾਹੇ ਉਹ ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ ਜਾਂ ਹੋਰ ਧਰਮਾਂ ਮਜ਼ਹਬਾਂ ਨੂੰ ਮੰਨਣ ਵਾਲੇ ਨੇ। ਹਰ ਕਮਿਊਨਿਟੀ ਦੇ ਅੰਦਰ, ਹਰ ਦੇਸ਼ ਅੰਦਰ ਕੁਝ ਲੋਕ ਚੰਗੇ ਵੀ ਹੁੰਦੇ ਨੇ, ਕੁਝ ਲੋਕ ਮਾੜੇ ਵੀ ਹੁੰਦੇ ਨੇ। ਤਾਂ ਇੱਥੇ ਉਸ ਤੁਰਕ ਦੀ, ਉਸ ਕਾਜੀ ਦੀ ਗੱਲ ਹੈ ਜੋ ਸਿਰਫ ਬਹਿਸਾਂ ਦੇ ਅੰਦਰ ਪੈ ਕੇ ਤੇ ਦੂਜਿਆਂ ਦੇ ਉੱਤੇ ਜ਼ੁਲਮ ਕਰ ਰਿਹਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਕਬੀਰ ਨੇ ਤਾਂ ਇੱਕ ਪ੍ਰਭੂ ਦੇ ਗੁਣਾਂ ਦਾ ਪੱਲਾ ਫੜਿਆ ਹੈ, ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ। ਤੇ ਜਿਹੜਾ ਝਗੜਾਲੂ ਕਾਜ਼ੀ ਹੈ, ਝਗੜਾਲੂ ਮੁਸਲਮਾਨ ਹੈ, ਉਹਨੇ ਆਪਣੇ ਜੀਵਨ ਨੂੰ ਖੁਆਰ ਕਰ ਲਿਆ ਹੈ। ਇਸੇ ਤਰ੍ਹਾਂ ਕਿਸੇ ਵੀ ਧਰਮ ਮਜ਼ਹਬ ਦਾ ਬੰਦਾ ਹੋਏਗਾ ਜੋ ਕੇਵਲ ਝਗੜੇ ਹੀ ਕਰ ਰਿਹਾ ਹੈ, ਜੋ ਵਾਦ ਵਿਵਾਦ ਹੀ ਫੈਲਾ ਰਿਹਾ ਹੈ, ਉਹ ਆਪਣੇ ਆਤਮਿਕ ਜੀਵਨ ਨੂੰ ਹਾਰ ਜਾਏਗਾ। ਤਾਂ ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਸਾਨੂੰ ਸਮਝਾ ਰਹੇ ਹਨ ਕਿ ਜੋ ਵਿਖਾਵੇ ਦੇ ਕਰਮ ਕਾਂਡ ਨੇ, ਉਹਨਾਂ ਦੇ ਨਾਲ ਕਦੇ ਵੀ ਖੁਦਾ ਨੂੰ ਔਰ ਰੱਬ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ। ਇਸ ਲਈ ਰੱਬੀ ਰਜ਼ਾ ਦੇ ਅੰਦਰ ਤੁਰਨਾ ਚਾਹੀਦਾ ਹੈ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਔਰਤ ਜੋ ਹੈ ਅਰਧ ਸ਼ਰੀਰੀ ਹੈ, ਅਰਧਾਂਗਨੀ ਹੈ, ਭਾਵ ਜੀਵਨ ਦੀ ਸੱਚੀ ਸਾਥੀ ਹੈ। ਔਰ ਔਰਤ ਵਾਸਤੇ ਔਰ ਬੰਦੇ ਵਾਸਤੇ ਇੱਕੋ ਹੀ ਨਿਯਮ ਹੋਣੇ ਚਾਹੀਦੇ ਨੇ। ਅਗਲਾ ਵਚਨ ਕਰਦੇ ਨੇ ਆਸਾ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝ ਹੈ ਸਭ ਕੋਈ। ਮੁਖ ਦਾ ਮਤਲਬ ਮੂੰਹ ਵਿੱਚ, ਮੁਖ ਦਾ ਮਤਲਬ ਮੂੰਹ ਵਿੱਚ, ਬਾਤੀ ਦਾ ਮਤਲਬ ਬੱਤੀ, ਸੂਝੇ ਦਾ ਮਤਲਬ ਨਜ਼ਰੀ ਆਉਂਦਾ ਹੈ। ਜਦੋਂ ਤੱਕ ਦੀਵੇ ਵਿੱਚ ਤੇਲ ਹੈ, ਜਬ ਲਗ ਤੇਲ ਦੀਵੇ ਮੁਖ ਬਾਤੀ, ਜਦੋਂ ਤੱਕ ਦੀਵੇ ਦੇ ਅੰਦਰ ਤੇਲ ਹੈ ਔਰ ਦੀਵੇ ਦੇ ਮੂੰਹ ਵਿੱਚ ਬੱਤੀ ਹੈ, ਤਬ ਸੂਝ ਹੈ ਸਭ ਕੋਈ, ਉਦੋਂ ਤੱਕ ਘਰ ਦੇ ਅੰਦਰ ਹਰ ਚੀਜ਼ ਨਜ਼ਰੀ ਪੈਂਦੀ ਹੈ। ਕਿਉਂਕਿ ਦੀਵਾ ਜਗ ਰਿਹਾ ਹੈ, ਤੇਲ ਹੈ ਦੀਵੇ ਵਿੱਚ, ਬੱਤੀ ਹੈ, ਦੀਵਾ ਜਗ ਰਿਹਾ ਹੈ, ਉਹਦੇ ਚਾਨਣ ਦੇ ਅੰਦਰ ਸਾਰਾ ਕੁਝ ਦਿਸ ਰਿਹਾ ਹੈ। ਇਸੇ ਤਰ੍ਹਾਂ ਜਦੋਂ ਤੱਕ ਸਾਡੇ ਸਰੀਰ ਅੰਦਰ ਸਵਾਸ ਆਦਿਕ ਚੱਲ ਰਹੇ ਨੇ ਔਰ ਸਾਡੇ ਅੰਦਰ ਗਿਆਨ ਦੀ ਬੱਤੀ ਜਗਦੀ ਹੈ, ਅਸੀਂ ਗਿਆਨ ਨੂੰ ਸਹੀ ਯੂਜ਼ ਕਰਦੇ ਹਾਂ, ਉਦੋਂ ਤੱਕ ਸਾਨੂੰ ਸਭ ਕੁਝ ਸਹੀ ਨਜ਼ਰੀ ਪੈਂਦਾ ਹੈ। ਕਿਉਂਕਿ ਗਿਆਨ ਹੈ, ਗਿਆਨ ਦੀ ਸਹੀ ਵਰਤੋਂ ਕਰ ਰਹੇ ਹਾਂ, ਸਾਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਇਹ ਠੀਕ ਹੈ, ਇਹ ਗਲਤ ਹੈ, ਇਹ ਚੰਗਾ ਹੈ, ਇਹ ਮਾੜਾ ਹੈ, ਕਿ ਅਸੀਂ ਮਾੜੇ ਨੂੰ ਤਿਆਗ ਦਿੰਦੇ ਹਾਂ, ਚੰਗੇ ਨੂੰ ਅਪਣਾ ਲੈਂਦੇ ਹਾਂ। ਤਾਂ ਜਦੋਂ ਤੱਕ ਦੀਵੇ ਅੰਦਰ ਤੇਲ ਬੱਤੀ ਹੈ, ਉਦੋਂ ਤੱਕ ਸਭ ਕੁਝ ਦਿਸਦਾ ਹੈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ। ਠਹਿਰਾਨੀ ਦਾ ਮਤਲਬ ਖਲੋ ਗਈ, ਠਹਿਰ ਗਈ, ਬੱਤੀ ਜਗਨੋਂ ਰੁਕ ਗਈ, ਬੁੱਝ ਗਈ। ਸੂਨਾ ਦਾ ਮਤਲਬ ਸੁੰਨਾ, ਖਾਲੀ ਦਾ ਮਤਲਬ ਸੁੰਨਾ ਦਾ ਮਤਲਬ ਖਾਲੀ, ਮੰਦਰ ਦਾ ਮਤਲਬ ਘਰ। ਤੇਲ ਸੜ ਜਾਏ, ਜਦੋਂ ਤੇਲ ਸੜ ਜਾਏ ਸਾਰਾ, ਜਗ ਜਗ ਕੇ ਤੇਲ ਖਤਮ ਹੋ ਗਿਆ। ਬਾਤੀ ਠਹਿਰਾਨੀ, ਤੇ ਬੱਤੀ ਠਹਿਰ ਜਾਏ, ਬੱਤੀ ਬੁੱਝ ਜਾਏ। ਸੂਨਾ ਮੰਦਰ, ਸੂਨਾ ਮੰਦਰ ਹੋਈ ਦਾ ਮਤਲਬ ਘਰ ਸੁੰਨਾ ਸੁੰਨਾ ਲੱਗਦਾ ਹੈ, ਫਿਰ ਕੁਛ ਦਿਸਦਾ ਨਹੀਂ ਹੈ, ਸਾਰਾ ਕੁਝ ਘਰ ਵਿੱਚ ਹੀ ਪਿਆ, ਪਰ ਦੀਵਾ ਬੁੱਝਣ ਦੇ ਨਾਲ ਹੁਣ ਸੁੰਨਾ ਦਿਸਦਾ ਹੈ, ਤੇ ਕੋਈ ਚੀਜ਼ ਨਜ਼ਰੀ ਨਹੀਂ ਪੈ ਰਹੀ। ਇਸੇ ਤਰ੍ਹਾਂ ਜਦੋਂ ਤੱਕ ਸਾਡੀ ਜ਼ਿੰਦਗੀ ਦੇ ਅੰਦਰ ਸਵਾਸਾਂ ਦਾ ਤੇਲ ਹੈ ਔਰ ਸਾਡੇ ਜੀਵਨ ਦੇ ਅੰਦਰ ਸਹੀ ਗਿਆਨ ਹੈ, ਉਦੋਂ ਤੱਕ ਸਾਨੂੰ ਸਾਰਾ ਕੁਝ ਨਜ਼ਰੀ ਪੈਂਦਾ ਹੈ। ਪਰ ਜੇ ਗਿਆਨ ਦਾ ਦੀਵਾ ਬੁੱਝ ਜਾਏ ਤਾਂ ਫਿਰ ਇਹ ਘਰ ਵੀ ਸੁੰਨਾ ਹੋ ਜਾਂਦਾ ਹੈ। ਇੱਥੇ ਵੀ ਬੰਦੇ ਨੂੰ ਸਤ, ਸੰਤੋਖ, ਦਇਆ, ਧਰਮ ਆਦਿਕ ਨਜ਼ਰੀ ਨਹੀਂ ਪੈਂਦੇ। ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਜਗ ਰਿਹਾ ਨਾ, ਉਹਨਾਂ ਨੂੰ ਆਪਣੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਗੁਣ ਨਜ਼ਰੀ ਪੈਂਦੇ ਨੇ। ਉਹਨਾਂ ਨੂੰ ਆਪਣੇ ਅੰਦਰ ਬਹੁਤ ਵੱਡੀਆਂ ਪੋਸਿਬਿਲਿਟੀਜ਼ ਨਜ਼ਰੀ ਪੈਂਦੀਆਂ ਨੇ।
ਉਹਨਾਂ ਨੂੰ ਆਪਣੇ ਅੰਦਰ ਰੱਬ ਦਿਸਦਾ ਹੈ, ਮਨ ਤੂੰ ਜੋਤ ਸਰੂਪ ਹੈ। ਉਹਨਾਂ ਨੂੰ ਇਹ ਸੰਸਾਰ ਰੱਬ ਦਾ ਰੂਪ ਨਜ਼ਰੀ ਪੈਂਦਾ ਹੈ, ਵੀ ਸੰਸਾਰ ਤੁਮ ਦੇਖਦੇ। ਪਰ ਜਿਨ੍ਹਾਂ ਦੇ ਅੰਦਰੋਂ ਗਿਆਨ ਦਾ ਦੀਵਾ ਬੁੱਝ ਚੁੱਕਾ ਹੈ ਨਾ, ਉਹਨਾਂ ਵਾਸਤੇ ਇਹ ਜਗਤ ਸੁੰਨਾ ਹੈ, ਉਹਨਾਂ ਵਾਸਤੇ ਸਰੀਰ ਸੁੰਨਾ ਹੈ। ਉਹਨਾਂ ਨੂੰ ਅੰਦਰ ਨਾ ਕੋਈ ਪੋਸੀਬਿਲਿਟੀਜ਼ ਦਿਸਦੀਆਂ ਨੇ, ਨਾ ਅੰਦਰ ਕਿਤੇ ਰੱਬ ਦਾ ਰੂਪ ਨਜ਼ਰੀ ਪੈਂਦਾ ਹੈ, ਨਾ ਇਨਸਾਨੀਅਤ ਨਜ਼ਰੀ ਪੈਂਦੀ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਸਰੀਰ ਵਿੱਚ ਜਦ ਤੱਕ ਸਵਾਸ ਨੇ, ਜ਼ਿੰਦਗੀ ਕਾਇਮ ਹੈ, ਤਦੋਂ ਤੱਕ ਹਰ ਚੀਜ਼ ਆਪਣੀ ਜਾਪਦੀ ਹੈ। ਪਰ ਜਦੋਂ ਸਰੀਰ ਚੋਂ ਜਾਨ ਨਿਕਲ ਜਾਏ, ਫਿਰ ਇਹ ਸਰੀਰ ਇਕੱਲਾ ਹੀ ਰਹਿ ਜਾਂਦਾ, ਸੁੰਨਾ ਹੋ ਜਾਂਦਾ, ਇਹਦੇ ਵਿੱਚ ਕੁਛ ਨਹੀਂ। ਸਰੀਰਕ ਮੌਤ ਵੀ ਹੋਗੀ ਤੇ ਜ਼ਮੀਰ ਦੀ ਮੌਤ ਵੀ ਹੋਗੀ। ਰੇ ਬੌਰੇ ਤੁਹੇ ਘੜੀ ਨਾ ਰਾਖੈ ਕੋਈ। ਘੜੀ ਦਾ ਮਤਲਬ ਘੜੀ ਵੀ ਹੈ ਕਮਲੇ, ਜਦੋਂ ਤੱਕ ਤੇਰਾ ਸਰੀਰ ਜਿੰਦਾ ਹੈ ਉਦੋਂ ਤੱਕ ਤੈਨੂੰ ਘਰ ਵਿੱਚ ਸਾਰੇ ਰੱਖਦੇ ਨੇ, ਤੇ ਜੇ ਸਰੀਰ ਦੀ ਮੌਤ ਹੋ ਜਾਏ ਤਾਂ ਫਿਰ ਇੱਕ ਘੜੀ ਵਾਸਤੇ ਵੀ ਕੋਈ ਨਹੀਂ ਰੱਖਦਾ। ਫਿਰ ਤਾਂ ਕਾਢੋ ਕਾਢੋ ਹੋਈ ਵਾਲੀ ਗੱਲ ਹੁੰਦੀ ਹੈ ਵੀ ਹੁਣ ਇਹਨੂੰ ਇਸ਼ਨਾਨ ਕਰਾਓ ਤੇ ਲੈ ਚਲੋ, ਦੇਰ ਹੋ ਰਹੀ ਹੈ, ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਲੈ ਚਲੋ। ਕੋਈ ਕਹਿੰਦਾ ਹੈ ਫਲਾਂ ਬੰਦੇ ਨੂੰ ਉਡੀਕ ਲਓ, ਉਡੀਕ ਕੇ ਕੀ ਕਰਨਾ ਹੈ, ਕੋਈ ਨਹੀਂ, ਬਾਅਦ ਚ ਆਣ ਕੇ ਮੱਥੇ ਲੱਗ ਲਏਗਾ, ਗੱਲਬਾਤ ਕਰ ਲਏਗਾ, ਅਫਸੋਸ ਕਰ ਲਏਗਾ, ਦੇਰ ਹੋਣ ਲਈ ਹੈ। ਔਰ ਲੋਕੀ ਵੀ ਫਿਰ ਘੜੀਆਂ ਵੇਂਦੇ ਨੇ, ਯਾਰ ਚੁੱਕ ਨਹੀਂ ਰਿਹਾ, ਪਤਾ ਨਹੀਂ ਕੀ ਚੱਕਰ ਹੈ। ਰੇ ਬੌਰੇ ਤੁਸੀਂ ਘੜੀ ਨਾ ਰੱਖੇ ਕੋਈ। ਮ੍ਰਿਤਕ ਸਰੀਰ ਨੂੰ ਕੋਈ ਘਰ ਵਿੱਚ ਨਹੀਂ ਰੱਖਦਾ। ਤੇ ਨਾਲ ਇਹਦਾ ਭਾਵ ਅਰਥ ਵੀ ਸਮਝ ਲੈਣਾ ਕਿ ਜੇ ਜ਼ਮੀਰ ਮਰ ਗਈ, ਅੰਦਰੋਂ ਇਨਸਾਨੀਅਤ ਮਰ ਗਈ, ਤਾਂ ਰੱਬ ਦੇ ਘਰ ਵਿੱਚ ਵੀ ਟਿਕਾਣਾ ਨਹੀਂ ਮਿਲਦਾ। ਰੱਬ ਦੇ ਘਰ ਵਿੱਚ ਵੀ ਟਿਕਾਣਾ ਨਹੀਂ ਮਿਲਦਾ। ਜਦੋਂ ਬੰਦੇ ਦੇ ਅੰਦਰੋਂ ਗਿਆਨ ਦਾ ਦੀਵਾ ਬੁੱਝ ਜਾਂਦਾ ਹੈ, ਉਦੋਂ ਘਰ ਦੇ ਵਿੱਚ ਵੀ ਟਿਕਾਣਾ ਨਹੀਂ, ਉਦੋਂ ਫਿਰ ਇਹਦਾ ਮਨ ਬਾਹਰ ਹੀ ਭਟਕਦਾ ਰਹਿੰਦਾ। ਅਗਲੀ ਗੱਲ, ਜਿਸ ਬੰਦੇ ਦੇ ਅੰਦਰੋਂ ਜ਼ਮੀਰ ਮਰ ਜਾਏ, ਇਨਸਾਨੀਅਤ ਮਰ ਜਾਏ, ਵਿਸ਼ੇ ਵਿਕਾਰਾਂ ਦੇ ਅੰਦਰ ਜਿਹੜਾ ਬੰਦਾ ਖਚਤ ਹੋ ਜਾਏ, ਉਹਦੇ ਨਾਲ ਦੁਨੀਆ ਵੀ ਸੰਬੰਧ ਵੀ ਨਹੀਂ ਰੱਖਦੀ, ਆਮ ਕਰਕੇ ਤੋੜ ਲੈਂਦੇ ਨੇ। ਤਾਂ ਸਰੀਰਕ ਮੌਤ ਹੋਣ ਦੇ ਨਾਲ ਘਰ ਦੇ ਵਿੱਚ ਕੋਈ ਨਹੀਂ ਰੱਖਦਾ, ਤੇ ਜ਼ਮੀਰ ਦੀ ਮੌਤ ਹੋਣ ਦੇ ਨਾਲ ਅੰਦਰ ਰੱਬੀ ਘਰ ਦੇ ਵਿੱਚ ਵੀ ਟਿਕਾਣਾ ਨਹੀਂ ਮਿਲਦਾ, ਬੰਦੇ ਦੇ ਅੰਦਰ ਭਟਕਣਾ ਬਣੀ ਰਹਿੰਦੀ ਹੈ। ਤੂੰ ਰਾਮ ਨਾਮ ਜਪ ਸੋਈ। ਸੋਈ ਦਾ ਮਤਲਬ ਸਾਰ ਲੈਣ ਵਾਲਾ, ਜੋ ਸੱਚਾ ਸਾਥੀ ਹੈ, ਜੋ ਸਾਰ ਲੈਂਦਾ ਸਾਰਿਆਂ ਨੂੰ। ਰਾਮ ਨਾਮ, ਰਾਮ ਦਾ ਮਤਲਬ ਰਮਿਆ ਹੋਇਆ, ਨਾਮ ਦਾ ਮਤਲਬ ਹੁਕਮ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸੋਈ ਦਾ ਮਤਲਬ ਸਾਰ ਲੈਣ ਵਾਲਾ, ਕਿ ਜਿਹੜਾ ਪ੍ਰਭੂ ਰਮਿਆ ਹੋਇਆ ਹੈ, ਜੋ ਸਭ ਦੀ ਸਾਰ ਲੈਣ ਵਾਲਾ ਹੈ, ਤੂੰ ਉਸ ਪ੍ਰਭੂ ਦੇ ਹੁਕਮ ਨੂੰ ਜਾਣ। ਜਪ ਦਾ ਮਤਲਬ ਜਾਣ, ਸਮਝ। ਰੱਬੀ ਹੁਕਮ ਦੇ ਨਾਲ ਆਪਣੀ ਸਾਂਝ ਬਣਾ, ਰੱਬੀ ਗੁਣਾਂ ਦੇ ਨਾਲ ਆਪਣੀ ਸਾਂਝ ਬਣਾ, ਜਿਹੜਾ ਸਾਰ ਲੈਣ ਵਾਲਾ ਹੈ। ਯਾਦ ਰੱਖਣਾ, ਰੱਬ ਸਾਰਿਆਂ ਦੀ ਸਾਰ ਲੈ ਰਿਹਾ ਹੈ ਨਾ, ਸਿਸਟਮ ਦੇ ਅੰਦਰ ਸਭ ਦੀ ਸਾਰ ਹੋ ਰਹੀ ਹੈ, ਸੰਭਾਲ ਹੋ ਰਹੀ ਹੈ। ਹਰ ਇਨਸਾਨ ਨੂੰ, ਜੀਵ ਜੰਤ ਨੂੰ ਇਸ ਦੁਨੀਆ ਦੇ ਅੰਦਰ ਜੀਵਨ ਮਿਲ ਰਿਹਾ ਹੈ। ਤੇ ਜਦੋਂ ਬੰਦਾ ਰੱਬੀ ਹੁਕਮ ਦੇ ਨਾਲ ਸਾਂਝ ਪਾਏਗਾ, ਸਾਰ ਲੈਣ ਵਾਲੇ ਰੱਬ ਦੇ ਨਾਲ ਜਦੋਂ ਇਹਦੀ ਸਾਂਝ ਬਣੇਗੀ, ਉਹਨੂੰ ਜਾਣੇਗਾ, ਤਾਂ ਫਿਰ ਇਹ ਬੰਦਾ ਵੀ ਦੂਜਿਆਂ ਦੀ ਸਾਰ ਲੈਣ ਵਾਲਾ ਹੋਏਗਾ। ਮੈਂ ਤੁਹਾਡੀ ਸਾਰ ਲਾਂਗਾ, ਤੁਸੀਂ ਮੇਰੀ ਸਾਰ ਲਓਗੇ, ਅਸੀਂ ਇੱਕ ਦੂਜੇ ਦੀ ਸਾਰ ਲਵਾਂਗੇ। ਮਾਪੇ ਆਪਣੇ ਬੱਚਿਆਂ ਦੀ ਸਾਰ ਲੈਣਗੇ ਤੇ ਬੱਚੇ ਆਪਣੇ ਮਾਪਿਆਂ ਦੀ ਸਾਰ ਲੈਣਗੇ। ਫਿਰ ਪਤਨੀ ਪਤੀ ਦੀ ਸਾਰ ਲਏਗੀ ਤੇ ਪਤੀ ਪਤਨੀ ਦੀ ਸਾਰ ਲਏਗਾ। ਰਿਸ਼ਤੇਦਾਰ ਰਿਸ਼ਤੇਦਾਰਾਂ ਦੀ ਸਾਰ ਲੈਣਗੇ। ਹੁਣ ਤੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇੱਕ ਦੂਜੇ ਤੋਂ ਟੁੱਟ ਜਾਂਦੇ ਹਾਂ। ਸਾਡੇ ਅੰਦਰੋਂ ਆਪਣਾ ਜਿਹੜਾ ਸਾਡਾ ਪੇਸ਼ੈਂਸ ਹੈ ਉਹ ਖਤਮ ਹੋ ਜਾਂਦਾ ਹੈ। ਸਾਨੂੰ ਕੋਈ ਛੋਟੀ ਜੀ ਗੱਲ ਕਹਿ ਦੇ, ਅਸੀਂ ਆਪਣੇ ਰਿਸ਼ਤੇਦਾਰ ਭੈਣ ਭਰਾ ਨੂੰ ਫੋਨ ਹੀ ਨਹੀਂ ਕਰਦੇ, ਅਸੀਂ ਸਗੋਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਹਾਂ, ਮਗਰੋਂ ਲੱਥੇ। ਅਸੀਂ ਤੇ ਸ਼ੁਕਰ ਕੀਤਾ ਸਾਡੇ ਮਗਰੋਂ ਲੱਥਾ ਹੈ। ਇਹੋ ਜਿਹੀ ਸ਼ਬਦਾਵਲੀ ਫਿਰ ਕੋਈ ਨਹੀਂ ਵਰਤੇਗਾ, ਫਿਰ ਬੰਦਾ ਬੰਦੇ ਨੂੰ ਮਗਰੋਂ ਨਹੀਂ ਨਾ ਲਾਏਗਾ, ਕਿਉਂਕਿ ਸਾਰਿਆਂ ਦੇ ਵਿੱਚ ਰੱਬ ਵਸਦਾ। ਫਿਰ ਮੈਂ ਤੁਹਾਨੂੰ ਮਗਰੋਂ ਕਿਉਂ ਲਾਵਾਂਗਾ, ਤੁਸੀਂ ਮੈਨੂੰ ਮਗਰੋਂ ਕਿਉਂ ਲਾਓਗੇ। ਬੰਦਾ ਇੱਕ ਦੂਜੇ ਦੀ ਸਾਰ ਲਏਗਾ। ਕਾਸ਼ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਇਨਸਾਨਾਂ ਨੇ ਪੜ੍ਹਿਆ ਹੁੰਦਾ, ਆਪ ਇਹਦੇ ਅਰਥ ਭਾਵਾਂ ਨੂੰ ਸਮਝਿਆ ਹੁੰਦਾ ਔਰ ਬਾਣੀ ਤੇ ਅਮਲ ਕੀਤਾ ਹੁੰਦਾ, ਤਾਂ ਜਿਹੜੀ ਅੱਜ ਆ ਹਾਲਾਤ ਵਰਲਡ ਵਾਰ ਵਾਲੀ ਬਣੀ ਪਈ ਹੈ, ਇਹ ਨਹੀਂ ਸੀ ਬਣਨੀ। ਘਰਾਂ ਦੇ ਵਿੱਚ ਕਲੇਸ਼ ਨਹੀਂ ਸੀ ਪੈਣਾ,
ਬੰਦੇ ਨੇ ਬੰਦੇ ਤੋਂ ਦੂਰ ਨਹੀਂ ਸੀ ਹੋਣਾ, ਇੱਕ ਦੂਜੇ ਦੀ ਸਾਰ ਲੈਣੀ ਸੀ, ਇੱਕ ਦੂਜੇ ਵਾਸਤੇ ਬੰਬ ਥੋੜਾ ਬਣਾਉਣੇ ਸੀ, ਇੱਕ ਦੂਜੇ ਵਾਸਤੇ ਡਾਂਗਾ ਥੋੜੀ ਰੱਖਣੀਆਂ ਸੀ, ਇੱਕ ਦੂਜੇ ਵਾਸਤੇ ਬਾਹਾਂ ਫੈਲਾਣੀਆਂ ਸੀ। ਬੰਦੇ ਨੇ ਬੰਦੇ ਨੂੰ ਗਲਵੱਕੜੀ ਵਿੱਚ ਲੈਣਾ ਸੀ, ਪਰ ਜੇ ਉਹਦੇ ਨਾਲ ਜੁੜਦਾ ਤਾਂ ਸੀ ਨਾ। ਤੂੰ ਰਾਮ ਨਾਮ ਜਪ, ਰੱਬੀ ਹੁਕਮ ਨੂੰ ਜਪ ਦਾ ਮਤਲਬ ਜਾਣ ਸਮਝ, ਸਾਰ ਲੈਣ ਵਾਲੇ ਰੱਬ ਨੂੰ ਸਮਝ, ਉਹਦੇ ਨਾਲ ਜੁੜ, ਉਹਦੇ ਨਾਲ ਸਾਂਝ ਪਾ। ਅਗਲਾ ਬਚਨ ਕਰਦੇ ਹਨ, ਕਾਂਕੀ ਮਾਤ ਪਿਤਾ ਕਹੋ ਕਾਂਕੋ ਕਵਨ ਪੁਰਖ ਕੀ ਜੋਈ। ਜੋਈ ਦਾ ਮਤਲਬ ਇਸਤਰੀ, ਕਾਂਕੀ ਦਾ ਮਤਲਬ ਕਿਦੀ। ਇੱਥੇ ਦੱਸ ਕਿਦੀ ਮਾਂ, ਕਿਦਾ ਪਿਓ ਤੇ ਕਿਦੀ ਘਰ ਵਾਲੀ ਹੈ। ਯਾਨੀ ਮਾਂ, ਪਿਓ, ਘਰ ਵਾਲੀ, ਘਰ ਵਾਲਾ, ਇਹ ਕਿਸੇ ਦੇ ਸੱਚੇ ਸਾਥੀ ਤਾਂ ਨਹੀਂ ਹਨ। ਜਦੋਂ ਸਰੀਰਕ ਮੌਤ ਹੁੰਦੀ ਹੈ ਨਾ, ਕੋਈ ਬਚਾ ਸਕਦਾ ਕਿਸੇ ਨੂੰ? ਨਹੀਂ ਬਚਾ ਸਕਦਾ। ਹਾਂ, ਲੋਕ ਯਤਨ ਕਰਦੇ ਨੇ, ਲੇਕਿਨ ਮਰਨਾ ਤੇ ਬੰਦੇ ਨੂੰ ਪੈਣਾ ਹੈ। ਕੋਈ ਵੀ ਸਰੀਰਕ ਮੌਤ ਤੋਂ ਸਾਨੂੰ ਬਚਾ ਨਹੀਂ ਸਕੇਗਾ। ਨੰਬਰ 2, ਜੇਕਰ ਰੱਬੀ ਗੁਣ ਅੰਦਰ ਨਹੀਂ ਹਨ, ਜੇ ਰੱਬੀ ਹੁਕਮ ਨੂੰ ਬੰਦੇ ਨੇ ਨਹੀਂ ਪਛਾਣਿਆ, ਤਾਂ ਫਿਰ ਮਾਂ ਬਾਪ ਪਿਤਾ ਔਰ ਜਿਹੜੇ ਰਿਸ਼ਤੇ ਨੇ ਇਹ ਵੀ ਕਿੱਥੇ ਰਹਿੰਦੇ ਨੇ? ਜੇ ਅੰਦਰ ਸੱਚ ਨਹੀਂ, ਅੰਦਰ ਜ਼ਮੀਰ ਨਹੀਂ, ਤੇ ਰਿਸ਼ਤੇ ਵੀ ਕਾਹਦੇ ਨੇ? ਕਾਹਦੀ ਪਤਨੀ ਤੇ ਕਾਹਦਾ ਪਤੀ? ਜਿਹੜੀ ਪਤਨੀ ਆਪਣੇ ਪਤੀ ਨੂੰ ਧੋਖਾ ਦੇ ਰਹੀ ਹੈ, ਕਿਸੇ ਹੋਰ ਬੰਦੇ ਨਾਲ ਸਰੀਰਕ ਸੰਬੰਧ ਬਣਾਉਂਦੀ ਹੈ, ਜਾਂ ਬੰਦਾ ਕਿਸੇ ਹੋਰ ਔਰਤ ਨਾਲ, ਤਾਂ ਕਾਹਦੀ ਪਤਨੀ ਤੇ ਕਾਹਦਾ ਪਤੀ? ਜਿਹੜੇ ਬੱਚੇ ਆਪਣੇ ਮਾਪਿਆਂ ਦੀ ਕਦਰ ਨਹੀਂ ਕਰਦੇ, ਕਾਹਦੇ ਬੱਚੇ? ਤੇ ਜਿਹੜੇ ਮਾਪੇ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੇ, ਕਾਹਦੇ ਮਾਪੇ? ਤਾਂ ਇਹ ਰਿਸ਼ਤੇ ਨਾਤੇ ਵੀ ਕਾਹਦੇ ਰਿਸ਼ਤੇ ਰਹਿ ਜਾਣਗੇ ਜੇ ਸੱਚ ਨਾਲੋਂ ਬੰਦਾ ਟੁੱਟ ਗਿਆ। ਜੇ ਸੱਚ ਦੇ ਨਾਲ ਜੁੜਿਆ ਤਾਂ ਹੀ ਹੈ ਨਾ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਵੀ। ਤਾਂ ਜਦੋਂ ਸਰੀਰਕ ਮੌਤ ਹੁੰਦੀ ਹੈ, ਉਦੋਂ ਕੋਈ ਰਿਸ਼ਤਾ ਨਾਤਾ ਬਚਾ ਨਹੀਂ ਪਾਉਂਦਾ ਬੰਦੇ ਨੂੰ। ਇਹ ਆਤਮਿਕ ਜੀਵਨ ਦੇ ਸਾਥੀ ਨਹੀਂ ਬਣਦੇ। ਤੇ ਜੇ ਰੱਬ ਦੇ ਨਾਲੋਂ, ਸੱਚ ਨਾਲੋਂ ਟੁੱਟ ਜਾਏਗਾ, ਤਾਂ ਤੇਰੇ ਮਾਂ-ਬਾਪ ਜਿਹੜੇ ਰਿਸ਼ਤੇ ਨਾਤੇ ਨੇ ਇਹ ਵੀ ਫਿੱਕੇ ਪੈ ਜਾਣਗੇ। ਘਟ ਫੂਟੇ ਕੋ ਬਾਤ ਨਾ ਪੁੱਛੇ, ਕਾਢੋ ਹੋਈ। ਘਟ ਫੂਟੇ ਦਾ ਮਤਲਬ ਜਦੋਂ ਸਰੀਰ ਦਾ ਭਾਂਡਾ ਭੱਜ ਜਾਂਦਾ ਹੈ। ਘਟ ਦਾ ਮਤਲਬ ਘੜਾ, ਭਾਂਡਾ। ਫੂਟੇ ਦਾ ਮਤਲਬ ਫੁੱਟ ਜਾਂਦਾ ਹੈ, ਘੜਾ ਟੁੱਟ ਗਿਆ। ਹੁਣ ਸਾਡੇ ਘਰਾਂ ਵਿੱਚ ਮਿੱਟੀ ਦੇ ਘੜੇ ਹੁੰਦੇ ਸੀ ਨਾ ਪਾਣੀ ਭਰਨ ਲਈ, ਅੱਜ ਕੱਲ ਵੀ ਹੈ ਨੇ, ਕਈਆਂ ਨੇ ਰੱਖੇ। ਤੇ ਘੜਾ ਟੁੱਟ ਜਾਏ ਤੇ ਫਿਰ ਉਹਦੀਆਂ ਬੱਬਰੀਆਂ ਨੂੰ ਕੋਈ ਸੰਭਾਲਦਾ, ਉਹਦੀਆਂ ਠੀਕਰੀਆਂ ਨੂੰ ਕੋਈ ਸੰਭਾਲਦਾ। ਇੱਕ ਵਾਰੀ ਮਾੜਾ ਜਿਹਾ ਅਫਸੋਸ ਹੁੰਦਾ ਜਾਂ ਲੜੀਦਾ ਇੱਕ ਦੂਜੇ ਨਾਲ, ਤੂੰ ਘੜਾ ਭੰਨ ਦਿੱਤਾ। ਉੱਥੇ ਨਵਾਂ ਲਿਆ ਕੇ ਰੱਖ ਲੈਂਦੇ ਨੇ, ਠੀਕਰੀਆਂ ਨੂੰ ਬਾਹਰ ਸੁੱਟ ਦਿੰਦੇ ਨੇ। ਕੌਣ ਠੀਕਰੀਆਂ ਨੂੰ ਸੰਭਾਲਦਾ? ਘਟ ਫੂਟੇ ਕੋ ਬਾਤ ਨਾ ਪੁੱਛੇ, ਕਾਢੋ ਹੋਈ। ਇਸੇ ਤਰ੍ਹਾਂ ਜਦੋਂ ਤੇਰਾ ਸਰੀਰ ਘੜਾ ਭੱਜੇਗਾ, ਮਤਲਬ ਤੇਰੀ ਮੌਤ ਹੋਵੇਗੀ, ਕਿਸੇ ਨੇ ਤੇਰੀ ਗੱਲ ਨਹੀਂ ਪੁੱਛਣੀ। ਕਾਢੋ ਹੋਈ ਦਾ ਮਤਲਬ ਸਾਰੇ ਕਹਿਣਗੇ ਕੱਢੋ, ਲੈ ਚਲੋ ਸ਼ਮਸ਼ਾਨ ਭੂਮੀ ਵੱਲ, ਦੇਰ ਹੋ ਰਹੀ ਹੈ। ਕੋਈ ਬਾਤ ਨਹੀਂ ਪੁੱਛਦਾ। ਹੁਣ ਬਾਤ ਪੁੱਛੇ ਵੀ ਕੀ? ਬਾਤ ਪੁੱਛ ਕੇ ਕਰ ਵੀ ਕੀ ਸਕਦਾ? ਤੇ ਮੈਂ ਹੈਰਾਨ ਆ, ਲੋਕ ਨਾ ਜਿਉਂਦਿਆਂ ਨੂੰ ਮਿਲਦੇ ਨਹੀਂ, ਜਿਉਂਦਿਆਂ ਨੂੰ ਫੋਨ ਨਹੀਂ ਕਰਦੇ, ਜਿਉਂਦਿਆਂ ਦਾ ਜਾ ਕੇ ਪਤਾ ਨਹੀਂ ਲੈਂਦੇ ਵੀ ਭੈਣ ਤੇਰਾ ਕੀ ਹਾਲ ਹੈ, ਭੂਆ ਕੀ ਹਾਲ ਹੈ, ਚਾਚਾ ਤਾਇਆ ਕੀ ਹਾਲ ਹੈ, ਬਾਪੂ ਤੇਰਾ ਕੀ ਹਾਲ ਹੈ, ਨਾਨਾ ਦਾਦਾ ਕੀ ਹਾਲ ਹੈ। ਯਾਰ ਦੋਸਤ ਨੂੰ ਜਾ ਕੇ ਜਿਉਂਦੇ ਨੂੰ ਨਹੀਂ ਪੁੱਛਦੇ। ਤੇ ਜਦੋਂ ਮਰ ਜਾਂਦਾ ਫਿਰ ਕੰਬਲ ਲਾ ਕੇ ਮੂੰਹ ਵਿੰਦੇ ਨੇ, ਦਰਸ਼ਨ ਕਰਾ ਦਿਓ। ਫਿਰ ਲੋਕ ਕਹਿੰਦੇ ਨੇ ਦਰਸ਼ਨ ਕਰ ਲਓ, ਅੰਤਮ ਦਰਸ਼ਨ। ਫਿਰ ਉੱਤੋਂ ਪਰਦੇ ਚੁੱਕ ਕੇ ਮੂੰਹ ਵਿੰਦੇ ਨੇ। ਬੰਦਾ ਪੁੱਛੇ ਸਾਰੀ ਜ਼ਿੰਦਗੀ ਤੁਸੀਂ ਮੱਥੇ ਲੱਗੇ ਨਹੀਂ, ਤੇ ਹੁਣ ਮੂੰਹ ਵੇਖ ਕੇ ਕੀ ਕਰੋਗੇ? ਇਸ ਲਈ ਮਰੇ ਦਾ ਮੂੰਹ ਬੇਸ਼ੱਕ ਨਾ ਵੇਖੋ, ਜਿਉਂਦਿਆਂ ਦੇ ਮੂੰਹ ਜ਼ਰੂਰ ਜਾ ਕੇ ਵੇਖੋ। ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ ਵੀ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਪਰ ਮਰਿਆਂ ਨੂੰ ਜ਼ਰੂਰ ਪੁੱਛਦੇ ਨੇ ਵੀ ਕਿਵੇਂ ਮਰਿਆ ਹੈ। ਉਹਨਾਂ ਬੀਬੀ ਕੋਈ ਦੇ ਰਹੀ ਸੀ, ਮਤਲਬ ਅਸ਼ੀਸ਼ ਦੂਜੇ ਨੂੰ। ਕੋਈ ਬੰਦਾ ਰਿਸ਼ਤੇਦਾਰ ਦੂਜੇ ਨੂੰ ਅਸ਼ੀਸ਼ ਦੇ ਰਿਹਾ ਸੀ ਕਿ ਤੁਸੀਂ ਸੁਖੀ ਵਸੋ, ਸੁਖੀ ਵਸੋ। ਤੇ ਜਿਹਨੂੰ ਅਸ਼ੀਸ਼ ਦੇ ਰਹੀ ਸੀ ਉਹ ਕਹਿ ਰਿਹਾ ਸੀ ਵੀ ਸਾਨੂੰ ਸੁਖੀ ਵਸਦਿਆਂ ਨੂੰ ਵੇਖ ਲੈਂਗੀ, ਜਰ ਲੈਂਗੀ। ਸੁਖੀ ਵਸੋ ਦੀ ਅਸ਼ੀਸ਼ ਤੇ ਦੇ ਦਿੱਤੀ, ਪਰ ਬੀਬੀ ਜਰ ਵੀ ਲੈਂਗੀ ਜਾਂ ਵੀਰ ਜਰ ਵੀ ਲੈਂਗਾ। ਸੁਖੀ ਵਸਦਿਆਂ ਨੂੰ ਬੰਦਾ ਜਰਦਾ ਨਹੀਂ, ਦੂਜਿਆਂ ਦਾ ਸੁੱਖ ਨਹੀਂ ਜਰਿਆ ਜਾਂਦਾ। ਅੱਜ ਜੋ ਆਮ ਬੰਦਾ ਨਾ, ਉਹਦੀ ਕੰਡੀਸ਼ਨ ਐਸੀ, ਜੇ ਪੁੱਛਣਾ ਹੋਏ ਨਾ ਕਿ ਦੁਨੀਆ ਦਾ ਸਭ ਤੋਂ ਦੁਖੀ ਬੰਦਾ ਕੌਣ ਹੈ,
ਤਾਂ ਸਾਫ਼ ਲਫ਼ਜ਼ਾਂ ਦੇ ਵਿੱਚ ਬੰਦਾ ਕਹੇਗਾ ਜਿਹਦੇ ਦੋਵੇਂ ਗੁਆਂਢੀ ਸੁਖੀ ਨੇ। ਦੁਨੀਆ ਦਾ ਸਭ ਤੋਂ ਦੁਖੀ ਬੰਦਾ ਕੌਣ ਹੈ? ਜਿਹਦੇ ਦੋਵੇਂ ਗੁਆਂਢੀ ਸੁਖੀ ਨੇ। ਤੇ ਦੁਨੀਆ ਦਾ ਸਭ ਤੋਂ ਸੁਖੀ ਬੰਦਾ ਕੌਣ ਹੈ? ਜਿਹਦੇ ਦੋਵੇਂ ਗੁਆਂਢੀ ਦੁਖੀ ਨੇ। ਕਾਰਨ ਕਿ ਬੰਦਾ ਆਪਣੇ ਦੁੱਖਾਂ ਤੋਂ ਉਹਨਾਂ ਪਰੇਸ਼ਾਨ ਨਹੀਂ ਜਿੰਨਾ ਦੂਜਿਆਂ ਦੇ ਦੁੱਖਾਂ ਸੁੱਖਾਂ ਤੋਂ ਇਹ ਸੜਦਾ ਪਿਆ। ਤਾਂ ਕਬੀਰ ਜੀ ਕਹਿ ਰਹੇ ਨੇ, ਘੱਟ ਫੂਟੇ ਕੋ ਬਾਤ ਨਾ ਪੁੱਛੇ, ਕੱਢ ਹੋਈ। ਸਾਰੇ ਜਿਉਂਦਿਆਂ ਦੇ ਖਾਣ ਪੀਣ ਦੇ ਰਿਸ਼ਤੇ ਨੇ। ਜਦੋਂ ਸਰੀਰ ਮਰ ਜਾਂਦਾ ਫਿਰ ਕੋਈ ਗੱਲ ਨਹੀਂ ਪੁੱਛਦਾ। ਕਾਢੋ ਹੋਈ ਦਾ ਮਤਲਬ ਬਾਹਰ ਲੈ ਤੁਰਦੇ ਨੇ। ਇਸੇ ਤਰ੍ਹਾਂ ਜਦੋਂ ਤੱਕ ਸਰੀਰ ਦੇ ਅੰਦਰ ਆਤਮਿਕ ਜ਼ਿੰਦਗੀ ਹੈ ਉਦੋਂ ਤੱਕ ਹੀ ਜੀਵਨ ਹੈ। ਤੇ ਜਦੋਂ ਅੰਦਰਲੀ ਆਤਮਾ ਮਤਲਬ ਜ਼ਮੀਰ ਮਰ ਜਾਏ ਨਾ ਬੰਦੇ ਦੀ, ਫਿਰ ਕੋਈ ਬਾਤ ਨਹੀਂ ਪੁੱਛਦਾ। ਫਿਰ ਇਹ ਕੱਢੋ ਵਾਲੀ ਗੱਲ ਹੀ ਹੋ ਜਾਂਦੀ, ਰੱਬ ਤੋਂ ਦੂਰ ਹੀ ਚਲਾ ਜਾਂਦਾ ਬੰਦਾ। ਦੇਹੁਰੀ ਬੈਠੀ ਮਾਤਾ ਰੋਵੇ, ਖਟਿਆ ਲੈ ਗਏ ਭਾਈ। ਦੇਹੁਰੀ ਦਾ ਮਤਲਬ ਦਲੀਜ, ਖਟਿਆ ਦਾ ਮਤਲਬ ਮੰਜੀ। ਪਹਿਲਾਂ ਲੋਕ ਮੰਜਿਆਂ ਤੇ ਲੈ ਕੇ ਜਾਂਦੇ ਸੀ ਸ਼ਮਸ਼ਾਨ ਭੂਮੀ ਤੱਕ। ਉਸ ਤੋਂ ਬਾਅਦ ਫਿਰ ਹੌਲੇ ਫੱਟੇ ਵਗੈਰਾ ਬਣਾਉਣੇ ਸ਼ੁਰੂ ਕਰਤੇ। ਤੇ ਉਸ ਤੋਂ ਬਾਅਦ ਅੱਜ ਕੱਲ ਕਈ ਸਾਧਨ ਨੇ, ਕਾਰਾਂ ਵਿੱਚ ਲੋਕ ਲੈ ਜਾਂਦੇ ਨੇ, ਗੱਡੀਆਂ ਤੇ ਲੈ ਜਾਂਦੇ ਨੇ, ਜਾਂ ਮਤਲਬ ਇਧਰ ਹੁਣ ਇਹਨਾਂ ਦੇਸ਼ਾਂ ਵਿੱਚ ਦੇਖਿਆ ਹੈ ਕਈ ਵਾਰੀ ਘੋੜਿਆਂ ਵਾਲਾ ਰੱਥ ਬੱਗੀ ਹੁੰਦੀ, ਉਹਦੇ ਵਿੱਚ ਕਈ ਟਰੱਕਾਂ ਤੇ ਲਿਜਾ ਰਹੇ ਨੇ ਆਪੋ ਆਪਣੇ ਹਿਸਾਬ। ਗੱਲ ਤਾਂ ਲਾਸ਼ ਨੂੰ ਚੱਕਣ ਦੀ ਹੈ। ਜਦੋਂ ਬੰਦਾ ਮਰ ਜਾਂਦਾ ਹੈ, ਘਰ ਦੀ ਦਹਲੀਜ਼ ਤੇ ਬੈਠੀ ਮਾਂ ਰੋ ਰਹੀ ਹੈ ਤੇ ਉਸ ਦਾ ਭਰਾ ਜਿਹੜੇ ਨੇ ਉਹਦੇ ਮੰਜਾ ਚੁੱਕ ਕੇ ਲੈ ਜਾਂਦੇ ਨੇ ਸਾੜਨ ਵਿੱਚ। ਮਾਂ ਰੋਂਦੀ ਰਹਿ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਬੰਦਾ ਸੱਚ ਦੇ ਨਾਲੋਂ ਜੁੜ ਜਾਂਦਾ ਨਾ ਤੇ ਇਹਦੀ ਮੱਤ ਰੋਂਦੀ ਰਹਿ ਜਾਂਦੀ ਹੈ। ਮੱਤ ਦੇ ਅੰਦਰ ਰੋਣੇ ਕਰੀਣੇ ਹੁੰਦੇ ਨੇ ਤੇ ਜਿਹੜੀ ਇਹਦੀ ਮੰਜੀ ਹੈ ਉਹਨੂੰ ਅਕਾਮ ਕਰੋਧ ਚੁੱਕ ਕੇ ਲੈ ਜਾਂਦੇ ਨੇ। ਮਤਲਬ ਆਤਮਿਕ ਤੌਰ ਤੇ ਇਹਦੀ ਮੌਤ ਹੋ ਜਾਂਦੀ ਹੈ। ਇਹ ਆਤਮਿਕ ਤੌਰ ਤੇ ਮੌਤ ਹੋ ਜਾਂਦੀ ਹੈ। ਬੁੱਧੀ ਰੋ ਰਹੀ ਹੈ ਕਿ ਇਹ ਕੁਝ ਹੋ ਸਕਦਾ ਸੀ, ਲੇਕਿਨ ਮਨ ਨੇ ਕੁਝ ਕੀਤਾ ਹੀ ਨਹੀਂ। ਤਾਂ ਜਦੋਂ ਸਰੀਰਕ ਮੌਤ ਹੁੰਦੀ ਹੈ ਉਦੋਂ ਮਾਂ ਬੈਠੀ ਦਲੀਜਾਂ ਤੇ ਰੋਂਦੀ ਹੈ ਤੇ ਭਰਾ ਮੰਜਾ ਚੁੱਕ ਕੇ ਲੈ ਜਾਂਦੇ ਨੇ। ਮਾਂ ਔਰ ਭਰਾ ਆਦਿਕ ਸਰੀਰਕ ਮੌਤ ਤੋਂ ਬਚਾ ਨਹੀਂ ਸਕਦੇ। ਲੱਟ ਛਿਟਕਾਏ ਤਿਰਿਆ ਰੋਵੇ, ਹੰਸ ਇਕੇਲਾ ਜਾਈ। ਲੱਟ ਛਿਟਕਾਏ ਦਾ ਮਤਲਬ ਕੇਸ ਖੋਲ ਕੇ, ਲੱਟ ਦਾ ਮਤਲਬ ਲਟਾਂ, ਕੇਸ, ਛਿਟਕਾਏ ਦਾ ਮਤਲਬ ਖੋਲ ਕੇ। ਅੱਜ ਕੱਲ ਤਾਂ ਪੜ੍ਹੀਆਂ ਲਿਖੀਆਂ ਕੁੜੀਆਂ ਐਸਾ ਨਹੀਂ ਕਰਦੀਆਂ, ਲੇਕਿਨ ਪੁਰਾਤਨ ਸਮੇਂ ਵਿੱਚ ਜਿਹੜਾ ਥੋੜਾ ਜਿਹਾ ਪਿੱਛੇ ਚਲੇ ਜਾਈਏ ਤੇ ਜਿਸ ਔਰਤ ਦਾ ਪਤੀ ਮਰ ਜਾਂਦਾ ਸੀ ਉਹ ਆਪਣੀ ਗੁੱਤ ਖੋਲ ਦਿੰਦੀ ਸੀ, ਵਾਲ ਖਿਲਾਰ ਲੈਂਦੀ ਸੀ। ਉਹਦੇ ਤੋਂ ਪਤਾ ਲੱਗ ਜਾਂਦਾ ਸੀ ਕਿ ਇਹਦੇ ਪਤੀ ਦੀ ਮੌਤ ਹੋਈ ਹੈ। ਤਾਂ ਕੇਸ ਖਿਲਾਰ ਕੇ ਵਹੁਟੀ ਘਰ ਵਾਲੀ ਰੋਂਦੀ ਹੈ। ਹੰਸ ਇਕੇਲਾ ਜਾਈ, ਹੰਸ ਦਾ ਮਤਲਬ ਹੰਸ ਵਰਗਾ ਬੰਦਾ। ਇਕੇਲਾ ਜਾਈ ਦਾ ਮਤਲਬ ਉਹਦਾ ਸਰੀਰ ਇਕੱਲਾ ਹੀ ਜਾ ਰਿਹਾ ਹੈ, ਸ਼ਮਸ਼ਾਨ ਭੂਮੀ ਵੱਲ ਇਕੱਲੇ ਨੂੰ ਲੈ ਕੇ ਜਾ ਰਿਹਾ। ਹੁਣ ਇਹ ਨਹੀਂ ਹੈ ਕਿ ਘਰ ਵਾਲਾ ਕੋਈ ਉਹਦੇ ਨਾਲ ਮਰੇ, ਕੋ ਮਰੇ ਨਾ ਹੋਇਆਂ ਨਾਲ। ਸਾਡੇ ਮਾਂ-ਬਾਪ ਮਰੇ, ਅਸੀਂ ਬਹੁਤ ਰੋਏ, ਲੇਕਿਨ ਉਹਨਾਂ ਦੀ ਜਗ੍ਹਾ ਤੇ ਅਸੀਂ ਮਰੇ ਤਾਂ ਨਹੀਂ ਨਾ। ਮਰਨਾ ਤਾਂ ਉਹਨਾਂ ਨੂੰ ਪਿਆ, ਸੜਨਾ ਤਾਂ ਉਹਨਾਂ ਨੂੰ ਪਿਆ। ਜਿਸ ਦਿਨ ਮੈਂ ਮਰਾਂਗਾ, ਹੋ ਸਕਦਾ ਮੇਰੇ ਅਣਜਾਣੇ ਵੀ ਮੇਰੇ ਕਰਕੇ ਰੋਣ, ਹੋ ਸਕਦਾ ਨਾ ਰੋਣ। ਮੈਂ ਨਹੀਂ ਕਹਿੰਦਾ ਕਿ ਰੋਣ, ਹੋ ਸਕਦਾ ਰੋਣ, ਲੇਕਿਨ ਮੈਨੂੰ ਨਾ ਤੇ ਉਹ ਬਚਾ ਸਕਣਗੇ ਨਾ ਮੇਰੇ ਅਣਜਾਣੇ ਮੇਰੇ ਨਾਲ ਮਰਨਗੇ, ਕਿਉਂਕਿ ਕੋਈ ਵੀ ਨਹੀਂ ਨਾ ਮਰਦਾ ਕਿਸੇ ਦੇ ਨਾਲ। ਮੈਂ ਕਿਹੜਾ ਆਪਣੇ ਮਾਂ-ਪਿਓ ਨਾਲ ਮਰਿਆ, ਮੈਂ ਕਿਹੜਾ ਉਹਨਾਂ ਨੂੰ ਬਚਾ ਸਕਿਆ। ਤੇ ਜੋ ਮੇਰੇ ਅਣਜਾਣੇ ਨੇ ਕੀ ਉਹ ਮੈਨੂੰ ਬਚਾ ਸਕਣਗੇ? ਕਦੇ ਵੀ ਨਹੀਂ ਬਚਾ ਪਾਣਗੇ। ਉਹਦਾ ਰੀਜ਼ਨ ਹੈ ਕਿ ਕੋਈ ਵੀ ਕਿਸੇ ਨੂੰ ਬਚਾ ਨਹੀਂ ਪਾਉਂਦਾ। ਹਰ ਇੱਕ ਬੰਦੇ ਨੂੰ ਇਕੱਲਾ ਹੀ ਜਾਣਾ ਪੈਂਦਾ, ਮਰਨਾ ਪੈਂਦਾ। ਕਹਿਤ ਕਬੀਰ ਸੁਨਹੁ ਰੇ ਸੰਤੋ, ਭੈ ਸਾਗਰ ਕੇ ਤਾਈ। ਭੈ ਸਾਗਰ ਦਾ ਮਤਲਬ ਸੰਸਾਰ ਸਮੁੰਦਰ ਦੇ ਕਾਰਨ। ਭੈ ਸਾਗਰ ਦਾ ਮਤਲਬ ਤੌਖਲਿਆਂ ਦਾ ਸਮੁੰਦਰ, ਤੌਖਲਿਆਂ ਦੇ ਨਾਲ ਭਰਿਆ ਹੋਇਆ ਸੰਸਾਰ। ਕਹਿ ਤਾਈ ਦਾ ਮਤਲਬ ਦੀ ਬਾਬਤ। ਭੈ ਸਾਗਰ ਕੇ ਤਾਈ ਦਾ ਮਤਲਬ ਤੌਖਲਿਆਂ ਦੇ ਨਾਲ ਭਰੇ ਹੋਏ ਸੰਸਾਰ ਦੀ ਬਾਬਤ ਸੁਣੋ। ਹੇ ਸੰਤ ਜਨੋ, ਡਰਾਉਣੇ ਸਮੁੰਦਰ ਦੀ ਬਾਬਤ ਸੁਣੋ। ਹੁਣ ਡਰਾਉਣਾ ਸਮੁੰਦਰ ਕਿੱਥੇ ਹੈ? ਡਰਾਉਣਾ ਸਮੁੰਦਰ ਕਿੱਥੇ ਹੈ? ਸਮੁੰਦਰ ਵਿਕਾਰਾਂ ਦਾ ਭਰਿਆ ਹੋਇਆ ਹੈ ਤੇ ਮੇਰਾ ਆਪਣਾ ਸਮੁੰਦਰ ਹੈ, ਤੁਹਾਡਾ ਆਪਣਾ ਸਮੁੰਦਰ। ਮੇਰਾ ਸਮੁੰਦਰ ਮੇਰੇ ਅੰਦਰ ਠਾਠਾ ਮਾਰ ਰਿਹਾ ਹੈ। ਜੇਤੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ।
ਜਿੰਨਾ ਸਮੁੰਦਰ ਪਾਣੀ ਦੇ ਨਾਲ ਭਰਿਆ ਹੈ ਅਣਗਿਣਤ, ਐਵੇਂ ਹੀ ਮਾਲਕ ਮੇਰੇ ਮਨ ਅੰਦਰ ਅਣਗਿਣਤ ਵਿਕਾਰ ਨੇ, ਅਣਗਿਣਤ ਗੁਨਾਹ ਨੇ, ਤੇ ਉਹ ਗੁਨਾਹਾਂ ਦਾ ਸਮੁੰਦਰ ਹੈ ਅੰਦਰ ਭਰਿਆ ਹੋਇਆ। ਔਰ ਬੰਦਾ ਉਹਦੇ ਵਿੱਚ ਹੋਰ ਨਦੀਆਂ ਪਾਈ ਜਾ ਰਿਹਾ ਹੈ, ਈਰਖਾ, ਦਵੇਸ਼, ਵੈਰ, ਵਿਰੋਧ ਦੀਆਂ। ਇਸ ਬੰਦੇ ਸਿਰ ਜ਼ੁਲਮ ਹੋਤ ਹੈ। ਗੁਰੂ ਜੀ ਕਹਿੰਦੇ ਨੇ ਐਸ ਭਵਸਾਗਰ ਦੇ ਬਾਬਤ ਸੁਣੋ ਕਿ ਇਸ ਬੰਦੇ ਦੇ ਉੱਤੇ ਜ਼ੁਲਮ ਹੋ ਰਹੇ ਨੇ, ਇਹ ਜ਼ੁਲਮ ਹੋ ਰਹੇ ਨੇ। ਇਹ ਜੀਵ ਉੱਤੇ ਕੀਤੇ ਕਰਮਾਂ ਅਨੁਸਾਰ ਮੁਸੀਬਤ ਹੁੰਦੀ ਹੈ, ਜ਼ੁਲਮ ਹੁੰਦੇ ਨੇ। ਜ਼ੁਲਮ ਦਾ ਮਤਲਬ ਦੁੱਖ ਹੁੰਦਾ ਹੈ। ਜਮ ਨਹੀਂ ਹਟੈ ਗੁਸਾਈ, ਜਮ ਦਾ ਮਤਲਬ ਵਿਕਾਰ, ਆਤਮਕ ਮੌਤ, ਇਹ ਕਿਸੇ ਦੇ ਸਿਰ ਤੋਂ ਟਲਦੀ ਨਹੀਂ। ਇੱਕ ਤੇ ਸਰੀਰਕ ਮੌਤ ਵੀ ਨਹੀਂ ਟਲਣੀ, ਉਹ ਤੇ ਟਲਣੀ ਹੀ ਨਹੀਂ। ਆਤਮਕ ਮੌਤ ਸਰੀਰ ਦੇ ਉੱਤੇ ਕੂਕਦੀ ਰਹਿੰਦੀ ਹੈ। ਰੱਬੀ ਰਜਾ ਦੇ ਵਿੱਚ ਤੁਰਨ ਤੋਂ ਬਿਨਾ ਇਹ ਜਿਹੜੇ ਜਮ ਨੇ ਨਾ, ਕਾਮ ਕ੍ਰੋਧ, ਇਹ ਦੂਰ ਨਹੀਂ ਹੁੰਦੇ। ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾ ਇਹ ਆਤਮਕ ਮੌਤ ਟਲਦੀ ਨਹੀਂ। ਇਸ ਬੰਦੇ ਦੇ ਸਿਰ ਤੇ ਜ਼ੁਲਮ ਹੁੰਦੇ ਰਹਿੰਦੇ ਨੇ। ਇਹ ਭਵਸਾਗਰ ਦੀ ਬਾਬਤ ਬਚਨ ਕਹਿ ਰਿਹਾ ਔਰ ਹਕੀਕਤ ਹੈ। ਮੈਂ ਆਪਣੇ ਆਪ ਤੇ ਕਿੰਨਾ ਜ਼ੁਲਮ ਕਰ ਰਿਹਾ। ਜਦੋਂ ਮੈਂ ਈਰਖਾ ਕਰਨਾ ਤੁਹਾਡੇ ਨਾਲ, ਤਾਂ ਤੁਹਾਨੂੰ ਤਾਂ ਪਤਾ ਵੀ ਨਹੀਂ, ਤੇ ਮੈਂ ਆਪਣੇ ਆਪ ਤੇ ਕਿੰਨਾ ਜ਼ੁਲਮ ਕਰ ਰਿਹਾ ਕਿ ਮੈਂ ਸੜੀ ਜਾ ਰਿਹਾ ਹਾਂ। ਮੈਂ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਦਿਖਾ ਰਿਹਾ, ਤਾਂ ਦੂਜਿਆਂ ਨੂੰ ਤੇ ਇਸ ਗੱਲ ਦੀ ਪਰਵਾਹ ਵੀ ਨਹੀਂ। ਉਹ ਤੇ ਹੋ ਸਕਦਾ ਮੇਰੇ ਹੰਕਾਰ ਨੂੰ ਜੁੱਤੀ ਤੇ ਵੀ ਨਾ ਜਾਣਨ, ਤੇ ਮੈਂ ਹੰਕਾਰ ਦੇ ਵਿੱਚ ਆਫਰ ਕੇ ਸੜ ਰਿਹਾ, ਐਵੇਂ ਫੁੱਲਿਆ ਫਿਰਦਾ, ਜ਼ੁਲਮ ਕਰ ਰਿਹਾ ਨਾ ਆਪਣੇ ਆਪ ਤੇ। ਝੂਠ ਬੋਲ ਬੋਲ ਕੇ ਮੈਂ ਆਪਣੇ ਆਪ ਤੇ ਜ਼ੁਲਮ ਕਰ ਰਿਹਾ ਹਾਂ, ਪਰੇਸ਼ਾਨੀਆਂ ਸਹੇੜ ਰਿਹਾ, ਇਹ ਜ਼ੁਲਮ ਹੀ ਤੇ ਹੈ। ਮੈਂ ਸੱਚ ਵੀ ਬੋਲ ਸਕਦਾ ਹਾਂ, ਮੈਂ ਦਇਆ ਵੀ ਕਰ ਸਕਦਾ ਹਾਂ, ਮੈਂ ਤੁਹਾਡੇ ਨਾਲ ਪਿਆਰ ਨਾਲ ਰਹਿ ਸਕਦਾ ਹਾਂ, ਮੈਂ ਨਿਮਰਤਾ ਦੇ ਨਾਲ ਰਹਿ ਸਕਦਾ ਹਾਂ, ਪਰ ਮੈਂ ਇਹ ਕੰਮ ਕਰਦਾ ਹੀ ਨਹੀਂ। ਮੈਂ ਤੇ ਆਪਣੇ ਆਪ ਤੇ ਜ਼ੁਲਮ ਕਰ ਰਿਹਾ। ਤੇ ਕੱਲਾ ਆਪਣੇ ਆਪ ਤੇ ਜ਼ੁਲਮ ਨਹੀਂ ਕਰ ਰਿਹਾ, ਜਿਹੜੇ ਐਸੇ ਜ਼ੁਲਮੀ ਇਨਸਾਨ ਹੁੰਦੇ ਨੇ ਉਹ ਦੁਨੀਆ ਤੇ ਵੀ ਫਿਰ ਜ਼ੁਲਮ ਕਰਦੇ। ਜਿਹਦੇ ਅੰਦਰ ਇਨਸਾਨੀਅਤ ਨਹੀਂ ਹੈ, ਉਹ ਰਿਸ਼ਵਤ ਲਏਗਾ ਤਾਂ ਜ਼ੁਲਮ ਕਰੇਗਾ ਨਾ। ਕਿੰਨਾ ਜ਼ੁਲਮ ਲੋਕ ਕਰ ਰਹੇ ਨੇ। ਜਦੋਂ ਨਿੱਕੀਆਂ ਨਿੱਕੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿ ਕਿਵੇਂ ਗਟਰ ਦੇ ਵਿੱਚ ਮੂਲੀਆਂ ਧੋ ਕੇ ਵੇਚ ਰਹੇ ਨੇ, ਕਿਵੇਂ ਸਿੰਥੈਟਿਕ ਦੁੱਧ ਬਣਾ ਰਹੇ ਨੇ, ਡੁਪਲੀਕੇਟ ਦਵਾਈਆਂ, ਇਹ ਸਾਰਾ ਜ਼ੁਲਮ ਹੀ ਤੇ ਹੈ ਬੰਦੇ ਤੇ। ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ, ਹੁਣ ਆ ਜ਼ੁਲਮ ਹੀ ਤੇ ਹੈ। ਇੱਕ ਦੂਜੇ ਦੇਸ਼ ਜਿਵੇਂ ਲੜ ਰਹੇ ਨੇ, ਜੇਕਰ ਇਹ ਵਰਲਡ ਵਾਰ ਵਾਲੇ ਪਾਸੇ ਵੱਧਦਾ, ਇਸ ਤੋਂ ਵੱਡਾ ਜ਼ੁਲਮ ਕੀ ਹੋਏਗਾ। ਤਾਂ ਆਤਮਕ ਮੌਤ ਜਦੋਂ ਬੰਦੇ ਦੀ ਹੋ ਜਾਂਦੀ ਹੈ ਨਾ, ਉਹ ਆਪਣੇ ਆਪ ਤੇ ਜ਼ੁਲਮ ਕਰਦਾ ਹੀ ਹੈ, ਦੂਜਿਆਂ ਤੇ ਵੀ ਜ਼ੁਲਮ ਕਰਦਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਹੇ ਰੱਬ ਦੇ ਪਿਆਰਿਓ, ਇਸ ਸੰਸਾਰ ਸਮੁੰਦਰ ਬਾਰੇ ਸੁਣੋ। ਬੰਦੇ ਦੇ ਸਿਰ ਤੇ ਜ਼ੁਲਮ ਹੋ ਰਿਹਾ ਹੈ, ਇਹ ਆਪਣੇ ਆਪ ਨੂੰ ਮੁਸੀਬਤਾਂ ਦੇ ਵਿੱਚ ਪਾਈ ਰੱਖਦਾ ਹੈ। ਕਦੇ ਵੀ ਆਤਮਕ ਮੌਤ, ਕਦੇ ਵੀ ਪਾਪ ਵਿਕਾਰ ਇਹਦੇ ਸਿਰ ਤੋਂ ਟਲਦੇ ਨਹੀਂ, ਹਮੇਸ਼ਾ ਉਹਨਾਂ ਦੀ ਗ੍ਰਿਫਤ ਵਿੱਚ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਰੱਬੀ ਰਜਾ ਦੇ ਨਾਲ ਤੁਰੀਏ, ਰੱਬੀ ਰਜਾ ਵਿੱਚ ਅਸੀਂ ਗੁਨਾਹ ਦੇ ਧਾਰਨੀ ਹੋਈਏ, ਤਾਂ ਸਾਡੇ ਤੋਂ ਜ਼ੁਲਮ ਹੋਣਾ ਬੰਦ ਹੋ ਸਕਦਾ ਹੈ। ਆਪਣੇ ਆਪ ਤੇ ਜ਼ੁਲਮ ਨਾ ਕਰੋ, ਦੁਨੀਆ ਤੇ ਜ਼ੁਲਮ ਨਾ ਕਰੋ, ਇਸ ਜ਼ੁਲਮ ਤੋਂ ਬਚੋ। ਦੋ ਤੁਕੇ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਦਾ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤ ਦਾ ਮਤਲਬ ਜੋ ਸदैव ਹੈ, ਅਬਿਨਾਸ਼ੀ ਹੈ, ਤੇ ਗੁਰ ਪ੍ਰਸਾਦ ਦਾ ਮਤਲਬ ਜਿਸ ਦੇ ਨਾਲ ਸੰਬੰਧ ਗੁਰੂ ਦੀ ਕਿਰਪਾ ਦੇ ਨਾਲ ਬਣਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਉਸ ਪਰਮ ਸੱਤਿਆ ਪ੍ਰਭੂ ਦੀ ਸਮਝ ਪੈਂਦੀ ਹੈ ਔਰ ਉਸ ਦਾ ਮਿਲਾਪ ਹੁੰਦਾ ਹੈ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ। ਇਹਨੂੰ ਸ੍ਰੀ ਨਹੀਂ ਪੜਨਾ, ਸ੍ਰੀ। ਸ੍ਰੀ ਤਾਂ ਬਣੇਗਾ ਜੇ ਸੱਸੇ ਨਾਲ ਸਿਹਾਰੀ, ਰਾਰੇ ਨਾਲ ਬਿਹਾਰੀ ਹੋਵੇ। ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ, ਯਾਨੀ ਕਬੀਰ ਜੀ ਦੇ ਅੱਗੇ ਸ਼ਬਦ ਨੇ ਜੋ 4 ਪਦਾਂ ਵਾਲੇ ਨੇ ਔਰ ਇੱਕ ਤੁਕ ਵਾਲੇ ਨੇ। ਸਨਕ ਸਨੰਦ ਅੰਤ ਨਹੀਂ ਪਾਇਆ। ਸਨਕ ਤੇ ਸਨੰਦ ਇਹ ਬ੍ਰਹਮਾ ਦੇ ਪੁੱਤਰਾਂ ਦੇ ਨਾਮ ਨੇ। ਸਨਕ, ਸਨੰਦਨ, ਸਨਤ ਕੁਮਾਰ ਆਦਿ ਬ੍ਰਹਮਾ ਦੇ ਪੁੱਤਰਾਂ ਦੇ ਨਾਮ ਨੇ। ਸਨਕ ਸਨੰਦ ਅੰਤ ਨਹੀਂ ਪਾਇਆ। ਤਾਂ ਕਬੀਰ ਜੀ ਕਹਿੰਦੇ ਨੇ ਕਿ ਬ੍ਰਹਮਾ ਦੇ ਪੁੱਤਰ ਸਨਕ, ਸਨੰਦ ਆਦਿਕ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਪ੍ਰਭੂ ਦੀ ਕੁਦਰਤ ਦਾ ਅੰਤ ਨਹੀਂ ਪਾਇਆ, ਕਿਉਂਕਿ ਪ੍ਰਭੂ ਅਨੰਤ ਹੈ,
ਉਹਦੀ ਕੁਦਰਤ ਅਨੰਤ ਹੈ, ਉਹਦੇ ਗੁਣ ਅਨੰਤ ਨੇ, ਤੇ ਸਨਕ ਸਨੰਦ ਵਰਗਿਆਂ ਨੇ ਵੀ ਉਸ ਦਾ ਅੰਤ ਨਹੀਂ ਪਾਇਆ। ਬ੍ਰਹਮ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ। ਬ੍ਰਹਮੇ ਵੇਦ ਦਾ ਮਤਲਬ ਬ੍ਰਹਮਾ ਦੇ ਰਚੇ ਹੋਏ ਵੇਦ, ਪੜੇ ਪੜ ਦਾ ਮਤਲਬ ਪੜ ਪੜ ਕੇ। ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ ਪੜ ਕੇ ਆਪਣੀ ਸਾਰੀ ਉਮਰ ਵਿਅਰਥ ਗਵਾ ਲਈ, ਲੇਕਿਨ ਵੇਦ ਪੜ ਪੜ ਕੇ ਵੀ ਪ੍ਰਭੂ ਦਾ ਕੁਦਰਤ ਦਾ ਅੰਤ ਨਹੀਂ ਪਾਇਆ ਗਿਆ। ਤਾਂ ਧਰਮ ਗ੍ਰੰਥ ਪੜ ਪੜ ਕੇ ਵੀ ਰੱਬ ਦੇ ਇਸ ਸੰਸਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਇਹ ਅਨੰਤ ਹੈ ਔਰ ਅਨੰਤ ਹੀ ਰਹੇਗਾ। ਤੇ ਜਿਹੜਾ ਅੰਤ ਪਾਉਣ ਦੇ ਚੱਕਰ ਵਿੱਚ ਪੈ ਜਾਏ, ਉਹਨੂੰ ਅੰਤ ਲੱਭਣਾ ਨਹੀਂ ਹੈ, ਉਹਨੂੰ ਅੰਤ ਲੱਭਣਾ ਨਹੀਂ, ਤੇ ਜੀਵਨ ਜਿਹੜਾ ਹੈ ਵਿਅਰਥ ਚਲਾ ਜਾਏਗਾ। ਇਸ ਲਈ ਚਾਹੀਦਾ ਹੈ ਕਿ ਅੰਤ ਲੱਭਣ ਦੀ ਬਜਾਏ ਰੱਬੀ ਗੁਣਾਂ ਦੇ ਧਾਰਨੀ ਹੋਇਆ ਜਾਏ। ਰੱਬ ਦੇ ਅਨੰਤ ਗੁਣ ਨੇ, ਤੇ ਉਹਨਾਂ ਗੁਣਾਂ ਦਾ ਅੰਤ ਲੱਭਣਾ ਕਿ ਕਿੰਨੇ ਕੁ ਗੁਣ ਨੇ ਭਲਾ, ਸਚਾਈ, ਦਇਆ ਆਦਿ ਕਿੰਨੇ ਕੁ ਗੁਣ ਨੇ। ਗੁਣ ਗਿਣਨ ਵਿੱਚ ਲੱਗੇ ਰਹੋ, ਲੇਕਿਨ ਇਹਨਾਂ ਗੁਣਾਂ ਨੂੰ ਯੂਜ਼ ਨਾ ਕਰੋ ਤਾਂ ਜਨਮ ਵਿਅਰਥ ਗਵਾਚ ਜਾਏਗਾ ਨਾ। ਇਸ ਲਈ ਇਹਨਾਂ ਗੁਣਾਂ ਨੂੰ ਯੂਜ਼ ਕਰੋ, ਗੁਣਾਂ ਨੂੰ ਇੰਪਲੀਮੈਂਟ ਕਰੋ। ਅਨੰਤ ਗੁਣ ਨੇ, ਰੱਬ ਦੇ ਇਸ ਸੰਸਾਰ ਦਾ ਅੰਤ ਤਾਂ ਕਦੇ ਲੱਭਣਾ ਨਹੀਂ। ਤਾਂ ਇਹਦਾ ਮਤਲਬ ਇਹ ਨਹੀਂ ਕਿ ਖੋਜ ਨਾ ਕਰੋ, ਖੋਜਾਂ ਕਰੋ, ਔਰ ਖੋਜਾਂ ਕੀਤੀਆਂ ਗਈਆਂ ਨੇ, ਔਰ ਉਹਨਾਂ ਖੋਜਾਂ ਦਾ ਕਿੰਨਾ ਸਾਰਾ ਲਾਭ ਵੀ ਹੋਇਆ ਹੈ, ਤੇ ਜਿਹੜੀਆਂ ਗਲਤ ਹਰਕਤਾਂ ਨੇ ਉਹਨਾਂ ਦਾ ਨੁਕਸਾਨ ਵੀ ਹੋਇਆ ਹੈ। ਉਹ ਬੰਦੇ ਦੀ ਆਪਣੀ ਮਰਜ਼ੀ ਹੈ ਨਾ ਕਿ ਉਹਨੇ ਖੋਜ ਕਿਸ ਪਾਸੇ ਕਰਨੀ, ਲਾਭ ਵਾਸਤੇ ਜਾਂ ਹਾਨੀ ਵਾਸਤੇ। ਤਾਂ ਰੱਬੀ ਰਜ਼ਾ ਦੇ ਅੰਦਰ ਖੋਜ ਕਰਕੇ ਬਹੁਤ ਕੁਝ ਖੋਜਿਆ ਔਰ ਲੱਭਿਆ ਜਾ ਸਕਦਾ ਹੈ, ਚੰਗੇ ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ, ਪਰ ਅੰਤ ਨਹੀਂ ਪਾਇਆ ਜਾ ਸਕਦਾ। ਹਰ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ। ਬਿਲੋਵਨਾ ਦਾ ਮਤਲਬ ਹੈ ਰਿੜਕਣਾ। ਹਰ ਕਾ ਬਿਲੋਵਨਾ, ਜਿਵੇਂ ਦੁੱਧ ਰਿੜਕੀਦਾ ਹੈ, ਆਪ ਨੂੰ ਪਤਾ ਹੈ, ਆਪ ਭੈਣਾਂ ਨੇ ਦੁੱਧ ਰਿੜਕਿਆ ਹੋਵੇਗਾ, ਜੋ 50 ਤੋਂ 50+ ਨੇ, ਉਹਨਾਂ ਨੇ ਜ਼ਰੂਰ ਦੁੱਧ ਪਿੰਡਾਂ ਦੇ ਵਿੱਚ ਰਿੜਕਿਆ ਹੋਵੇਗਾ। ਮਧਾਣੀ ਨੂੰ ਨੇਤਰਾ ਪਾ ਕੇ, ਅੱਗੇ ਇੱਟੀਆਂ ਹੁੰਦੀਆਂ ਸੀ, ਉਂਗਲਾਂ ਵਿੱਚ ਫਸਾ ਕੇ ਤੇ ਮਧਾਣੀ ਨੂੰ ਗੇੜਾ ਦੇਈਦਾ ਸੀ ਔਰ ਦੁੱਧ ਰਿੜਕਿਆ ਜਾਂਦਾ ਸੀ। ਲੇਕਿਨ ਜਦੋਂ ਮੱਖਣ ਬਣ ਜਾਂਦਾ ਸੀ ਨਾ, ਫਿਰ ਉਸ ਦੁੱਧ ਦੇ ਵਿੱਚ ਜੇ ਗਰਮੀ ਹੁੰਦੀ ਸੀ ਤਾਂ ਥੋੜਾ ਜਿਹਾ ਠੰਡਾ ਪਾਣੀ ਲੋਕ ਪਾ ਲੈਂਦੇ ਸਨ, ਤੇ ਫਿਰ ਦੁੱਧ ਨੂੰ ਨਾ ਆਰਾਮ ਨਾਲ ਰਿੜਕਦੇ ਸਨ। ਅਖੀਰਲੇ ਗੇੜੇ ਬੜੇ ਹੌਲੇ ਦਿੰਦੇ ਸਨ। ਜੇ ਅਖੀਰਲੇ ਗੇੜੇ ਬੜੀ ਤੇਜ਼ ਦਈਏ ਤਾਂ ਮੱਖਣ ਕਈ ਵਾਰੀ ਦੁੱਧ ਦੇ ਵਿੱਚ ਹੀ ਰਲ ਜਾਂਦਾ ਸੀ, ਫਿਰ ਮਿਲ ਜਾਂਦਾ ਸੀ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ, ਕਿ ਜਿਵੇਂ ਦੁੱਧ ਨੂੰ ਰਿੜਕੀਦਾ ਨਾ, ਐਵੇਂ ਪ੍ਰਭੂ ਦੇ ਗੁਣਾਂ ਨੂੰ ਰਿੜਕੋ। ਰਿੜਕਣ ਦਾ ਮਤਲਬ ਵਿਚਾਰ ਕਰੋ, ਰੱਬੀ ਗੁਣਾਂ ਦਾ ਬਾਰ-ਬਾਰ ਚਿੰਤਨ ਕਰੋ। ਜਿਵੇਂ ਬਾਰ-ਬਾਰ ਮਧਾਣੀ ਨੂੰ ਗੇੜੇ ਦਿੰਦੇ ਹੋ ਨਾ, ਇਵੇਂ ਬਾਰ-ਬਾਰ ਰੱਬੀ ਗੁਣਾਂ ਨੂੰ ਚਿੰਤਨ ਕਰੋ। ਸੱਚ, ਦਇਆ, ਧਰਮ, ਧੀਰਜ, ਇਹਨਾਂ ਨੂੰ ਇੰਪਲੀਮੈਂਟ ਕਰਨ ਦਾ ਯਤਨ ਕਰੋ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤਤ ਦਾ ਮਤਲਬ ਮੱਖਣ। ਹੌਲੀ ਹੌਲੀ ਰਿੜਕੋ, ਜਾਂ ਕਿ ਮੱਖਣ ਨਾਸ ਨਾ ਹੋ ਜਾਏ। ਛੇਤੀ ਰਿੜਕਣ ਦੇ ਨਾਲ, ਜ਼ਿਆਦੇ ਗੇੜੇ ਦੇਣ ਨਾਲ ਮੱਖਣ ਪੰਗਰ ਕੇ ਲੱਸੀ ਦੇ ਨਾਲ ਜਾ ਰਲਦਾ। ਤੇ ਉਸ ਪਾਸੇ ਸਾਨੂੰ ਪ੍ਰਮਾਣ ਦੇ ਕੇ ਸਮਝਾ ਕੇ ਕਹਿ ਰਹੇ ਨੇ ਸਹਿਜ ਬਿਲੋਵੋ। ਸਹਿਜ ਦਾ ਮਤਲਬ ਆਤਮਕ ਅਡੋਲਤਾ ਵਿੱਚ ਟਿਕ ਕੇ, ਮਨ, ਬਚਨ ਔਰ ਕਰਮ ਦੇ ਧਾਰਨੀ ਹੋ ਕੇ ਐਵੇਂ ਵਿਚਾਰ ਕਰੋ। ਜੈਸੇ ਤਤ ਨਾ ਜਾਈ, ਜਿਸ ਕਰਕੇ ਤਤ ਖਤਮ ਨਾ ਹੋਵੇ। ਅਸਲੀਅਤ ਜੋ ਲੱਭਣੀ ਹੈ, ਆਤਮਕ ਜੀਵਨ, ਆਤਮਕ ਸੁੱਖ, ਉਹ ਨਾ ਖਤਮ ਹੋ ਜਾਏ। ਇਸ ਅਵਸਥਾ ਵਿੱਚ ਟਿਕ ਕੇ, ਜਿਸ ਕਰਕੇ ਇਸ ਉਦਮ ਦਾ ਤਤ ਹੱਥੋਂ ਨਾ ਜਾਂਦਾ ਰਹੇ, ਪ੍ਰਭੂ ਦੇ ਨਾਲ ਮਿਲਾਪ ਹੋ ਜਾਏ। ਤਤ ਦਾ ਮਤਲਬ ਆਤਮਕ ਜੀਵਨ ਮਿਲ ਜਾਏ, ਰੱਬ ਦੇ ਨਾਲ ਮਿਲਾਪ ਹੋ ਜਾਏ। ਇਸ ਲਈ ਆਤਮਕ ਅਡੋਲਤਾ ਵਿੱਚ ਟਿਕ ਕੇ ਰਿੜਕੋ ਗੁਣਾਂ ਨੂੰ। ਹੁਣ ਆਤਮਕ ਅਡੋਲਤਾ ਵਿੱਚ ਟਿਕ ਕੇ ਰਿੜਕਣਾ ਔਰ ਬਿਨਾਂ ਆਤਮਕ ਅਡੋਲਤਾ ਵਿੱਚ ਟਿਕਣ ਤੋਂ ਬਿਨਾਂ ਰਿੜਕਣਾ, ਇਹਦਾ ਫਰਕ ਕੀ ਹੈ? ਦੇਖੋ, ਇਹਦਾ ਫਰਕ ਇਹ ਹੈ, ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਦੁਨੀਆ ਦਾ ਹਰ ਇਨਸਾਨ ਇਹ ਗੱਲ ਕਹਿ ਰਿਹਾ ਹੈ ਕਿ ਸੱਚ ਬੋਲੋ, ਦਇਆ ਕਰੋ, ਪਿਆਰ ਨਾਲ ਰਹੋ, ਝੂਠ ਨਾ ਬੋਲੋ, ਈਰਖਾ ਨਾ ਕਰੋ, ਇਨਸਾਨੀਅਤ ਵਾਲੀ ਜ਼ਿੰਦਗੀ ਜੀਵੋ, ਦਾਜ ਦਹੇਜ ਨਾ ਲਓ, ਰਿਸ਼ਵਤ ਨਾ ਲਓ। ਇਹ ਗੱਲਾਂ ਸਾਰੇ ਕਹਿ ਰਹੇ ਨੇ ਨਾ, ਲੇਕਿਨ ਇਹ ਗੱਲਾਂ ਸਾਰਿਆਂ ਨੇ ਇੰਪਲੀਮੈਂਟ ਨਹੀਂ ਕੀਤੀਆਂ ਹੋਈਆਂ ਮਨ, ਬਚਨ ਔਰ ਕਰਮ ਕਰਕੇ। ਗੱਲਾਂ ਸਾਰੇ ਚੰਗੀਆਂ ਕਰ ਰਹੇ ਨੇ,
ਕਹਿ ਰਹੇ ਨੇ ਲੇਕਿਨ ਇੰਪਲੀਮੈਂਟ ਨਹੀਂ ਕੀਤੀਆਂ। ਇਸ ਲਈ ਉਹਨਾਂ ਚੰਗੀਆਂ ਗੱਲਾਂ ਦਾ ਵੀ ਕੋਈ ਨਤੀਜਾ ਤਾਂ ਨਿਕਲਿਆ ਨਹੀਂ ਕਿ ਰਿਸ਼ਵਤ ਨਾ ਲਓ, ਸੱਚ ਬੋਲੋ, ਪਿਆਰ ਨਾਲ ਰਹੋ, ਕਹਿ ਤੇ ਸਾਰੇ ਰਹੇ ਨੇ, ਪਰ ਸਮਾਜ ਦੀ ਹਾਲਾਤ ਵੇਖ ਲਓ, ਤੁਹਾਡੇ ਸਾਹਮਣੇ। ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ। ਇਹਨੂੰ ਕਹਿੰਦੇ ਨੇ ਬਿਨਾਂ ਸਹਿਜ ਤੋਂ ਰਿੜਕਣਾ, ਗੱਲਾਂ ਕਰੀ ਜਾਣੀਆਂ, ਚਲਾਕੀਆਂ ਕਰੀ ਜਾਣੀਆਂ, ਮਨ ਜਿਹੜਾ ਹੈ ਵਿਕਾਰਾਂ ਵਿੱਚ ਦੌੜਦੇ ਰਹਿਣਾ। ਤੇ ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ। ਗੁਣਾਂ ਦੀ ਗੱਲ ਵੀ ਕਰਨੀ, ਸੋਚ ਦੇ ਅੰਦਰ ਵੀ ਗੁਣਾਂ ਨੂੰ ਵਸਾਣਾ ਔਰ ਬਿਹੇਵੀਅਰ ਵੀ ਗੁਣਾਂ ਵਾਲਾ ਕਰਨਾ। ਮਨ, ਬਚਨ ਔਰ ਕਰਮ ਕਰਕੇ ਗੁਣਾਂ ਦੇ ਧਾਰਨੀ ਹੋ, ਫਿਰ ਤਤ ਨਹੀਂ ਜਾਏਗਾ, ਫਿਰ ਮੱਖਣ ਖਰਾਬ ਨਹੀਂ ਹੋਏਗਾ, ਫਿਰ ਆਤਮਿਕ ਜੀਵਨ ਮਿਲੇਗਾ, ਫਿਰ ਆਤਮਿਕ ਜੀਵਨ ਕਦੇ ਖਤਮ ਨਹੀਂ ਹੋਏਗਾ, ਫਿਰ ਪ੍ਰਭੂ ਦਾ ਮਿਲਾਪ ਹੋ ਜਾਏਗਾ ਜੇ ਐਵੇਂ ਕਰੋਗੇ ਤੇ। ਤਨ ਕਰ ਮਟਕੀ ਮਨ ਮਾਹੇ ਬਿਲੋਈ। ਮਟਕੀ ਦਾ ਮਤਲਬ ਚਾਟੀ, ਬਿਲੋਈ ਦਾ ਮਤਲਬ ਇੱਥੇ ਹੈ ਮਧਾਣੀ। ਮਨ ਮਾਹੇ ਦਾ ਮਤਲਬ ਮਨ ਦੇ ਅੰਦਰ, ਮਨ ਨੂੰ ਅੰਦਰ ਰੱਖਣਾ, ਮਨ ਨੂੰ ਭਟਕਣਾ ਤੋਂ ਬਚਾਈ ਰੱਖਣਾ। ਇਹ ਮਧਾਣੀ ਬਣਾ। ਇਹ ਤਨ ਨੂੰ ਮਟਕੀ ਬਣਾ ਜਿਹਦੇ ਵਿੱਚ ਦਹੀਂ ਪਾ ਕੇ ਰਿੜਕੀਦਾ, ਜਿਸ ਵਿੱਚ ਦਹੀਂ ਪਾ ਕੇ ਰਿੜਕੀਦਾ ਹੈ, ਇਹਨੂੰ ਉਹ ਵਟੋਈ ਬਣਾ, ਉਹ ਮਟਕੀ ਬਣਾ, ਚਾਟੀ ਬਣਾ। ਤੇ ਮਨ ਨੂੰ ਰਿੜਕ, ਮਨ ਨੂੰ ਟਿਕਾ ਕੇ ਰੱਖ, ਆਪਣੇ ਸਰੀਰ ਨੂੰ ਚਾਟੀ ਬਣਾ। ਤੇ ਸਰੀਰ ਦੇ ਅੰਦਰੋਂ ਜੋਤ ਲੱਭਣੀ ਹੈ, ਸਰੀਰ ਦੇ ਅੰਦਰੋਂ ਸੁੱਖ ਲੱਭਣਾ ਹੈ, ਸਰੀਰ ਦੇ ਅੰਦਰੋਂ ਰੱਬ ਨੂੰ ਲੱਭਣਾ ਹੈ, ਸਰੀਰ ਦੇ ਅੰਦਰੋਂ ਗੁਣਾਂ ਨੂੰ ਲੱਭਣਾ ਹੈ। ਮਨ ਨੂੰ ਭਟਕਣ ਤੋਂ ਬਚਾ, ਮਨ ਨੂੰ ਮਧਾਣੀ ਬਣਾਏ, ਸਰੀਰ ਦੇ ਅੰਦਰ ਰੱਖ ਟਿਕਾ ਕੇ। ਜਿਵੇਂ ਹੁਣ ਦਹੀਂ ਪਿਆ ਹੋਵੇ ਚਾਟੀ ਵਿੱਚ ਤੇ ਬੰਦਾ ਮਧਾਣੀ ਨੂੰ ਚਾਟੀ ਤੋਂ ਬਾਹਰ ਕਮਾਈ ਜਾਏ ਤਾਂ ਫਿਰ ਤਾਂ ਕੁਛ ਨਹੀਂ ਹੋਣਾ। ਚਾਟੀ ਦੇ ਅੰਦਰ ਹੋਣੀ ਚਾਹੀਦੀ ਨਾ ਮਧਾਣੀ। ਤਾਂ ਗੁਰੂ ਜੀ ਕਹਿੰਦੇ ਨੇ ਇਸ ਮਨ ਨੂੰ ਅੰਦਰ ਟਿਕਾ ਕੇ ਰੱਖ, ਮਨ ਨੂੰ ਮਧਾਣੀ ਬਣਾ, ਮਨ ਨੂੰ ਟਿਕਾ ਗੁਣਾਂ ਦੇ ਅੰਦਰ। ਤਨ ਕਰ ਮਟਕੀ, ਇਸ ਤਨ ਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਰੱਖ। ਹੁਣ ਮਨ ਨੂੰ ਤਨ ਵਿੱਚ ਟਿਕਾਣਾ ਕਿਵੇਂ ਹੈ? ਅੱਖਾਂ ਦੇ ਅੰਦਰ ਮਨ ਟਿਕਿਆ ਹੋਵੇ ਕਿ ਅੱਖਾਂ ਦੇ ਨਾਲ ਮੈਂ ਸਭ ਵਿੱਚ ਰੱਬ ਦੀ ਜੋਤ ਨੂੰ ਵੇਖਣਾ ਹੈ। ਜਿਹੜਾ ਟਿਕਿਆ ਹੋਇਆ ਮਨ ਹੈ ਉਹ ਐਵੇਂ ਵੇਖੇਗਾ ਅੱਖਾਂ ਚੋਂ। ਜਿਹੜਾ ਰੱਬ ਨਾਲ ਜੁੜਿਆ ਮਨ ਹੈ ਉਹ ਕੰਨਾਂ ਦੇ ਨਾਲ ਸੱਚ ਸੁਣੇਗਾ। ਜਿਹੜਾ ਮਨ ਟਿਕਿਆ ਹੋਇਆ ਹੈ ਜ਼ਬਾਨ ਨਾਲ ਸੱਚ ਬੋਲੇਗਾ, ਉਹ ਵਿਕਾਰਾਂ ਵਿੱਚ ਭਟਕੇਗਾ ਨਹੀਂ। ਇਹਨੂੰ ਕਹਿੰਦੇ ਨੇ ਤਨ ਕਰ ਮਟਕੀ ਮਾਹੇ ਬਿਲੋਈ। ਇਸ ਮਟਕੀ ਮਹਿ ਸ਼ਬਦ ਸੰਜੋਈ। ਸੰਜੋਈ ਦਾ ਮਤਲਬ ਜਾਗ ਲਾਣਾ। ਵੈਸੇ ਸੰਜੋਈ ਦਾ ਅਰਥ ਜਿਹੜਾ ਹੈ ਇਕੱਠਾ ਕਰਨਾ ਵੀ ਲਿਖਿਆ ਹੈ ਕਿ ਇਸ ਚਾਟੀ ਦੇ ਅੰਦਰ ਰੱਬ ਦੇ ਨਾਮ ਦੇ ਦਹੀਂ ਨੂੰ ਇਕੱਤਰ ਕਰ, ਇਹ ਵੀ ਅਰਥ ਕੀਤਾ ਹੈ। ਸ਼ਬਦ ਰੂਪੀ ਦਹੀਂ ਇਕੱਠਾ ਕਰ, ਇਹ ਵੀ ਅਰਥ ਕੀਤਾ ਹੈ। ਪਰ ਭਾਈ ਸਾਹਿਬ ਸਿੰਘ ਜੀ ਇਸ ਅਰਥ ਕਰ ਰਹੇ ਨੇ, ਇਸ ਸਰੀਰ ਰੂਪ ਚਾਟੀ ਵਿੱਚ ਗੁਰੂ ਸ਼ਬਦ ਰੂਪ ਜਾਗ ਲਗਾ। ਜਿਵੇਂ ਜਾਗ ਨਹੀਂ ਸੀ ਲਗਾਈ ਦੁੱਧ ਨੂੰ, ਤੇ ਜਾਗ ਲਗਾਉਣ ਦੇ ਨਾਲ ਫਿਰ ਦਹੀਂ ਬਣ ਜਾਂਦਾ ਹੈ, ਫਿਰ ਦਹੀਂ ਨੂੰ ਰਿੜਕਿਆਂ ਮੱਖਣ ਬਣ ਜਾਂਦਾ ਹੈ। ਤਾਂ ਸ਼ਬਦ ਦੀ ਜਾਗ ਲਾਣੀ ਅੰਦਰ। ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ। ਗੁਰੂ ਦੇ ਗਿਆਨ ਨੇ ਸਾਡੀ ਸੋਚ ਨੂੰ ਬਦਲਣਾ। ਜਿਵੇਂ ਜਾਗ ਲਾਈ ਦੀ ਹੈ ਨਾ, ਤਾਂ ਉਹ ਲੱਗੀ ਹੋਈ ਜਾਗ ਦੁੱਧ ਨੂੰ ਦਹੀਂ ਵਿੱਚ ਕਨਵਰਟ ਕਰਦੀ ਹੈ, ਦੁੱਧ ਨੂੰ ਦਹੀਂ ਵਿੱਚ ਕਨਵਰਟ ਕਰਦੀ ਹੈ, ਫਿਰ ਉਹਦੇ ਵਿੱਚ ਮਧਾਣੀ ਪਾਈ ਦੀ, ਫਿਰ ਮੱਖਣ ਬਣਦਾ ਹੈ। ਐਵੇਂ ਜਦੋਂ ਗੁਰੂ ਦੇ ਸ਼ਬਦ ਦੀ ਜਾਗ ਲਾਵਾਂਗੇ ਨਾ, ਤਾਂ ਗੁਰੂ ਦਾ ਸ਼ਬਦ ਸਾਡੀ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵਿੱਚ ਕਨਵਰਟ ਕਰੇਗਾ। ਗੁਰੂ ਦਾ ਸ਼ਬਦ ਸਾਡੀ ਮੈਂਟੈਲਿਟੀ ਨੂੰ ਕਨਵਰਟ ਕਰੇਗਾ। ਜੇ ਸਾਡੇ ਅੰਦਰ ਨੈਗੇਟਿਵਿਟੀ ਹੈ, ਅਸੀਂ ਪੋਜ਼ਿਟਿਵ ਹੋਵਾਂਗੇ। ਜੇ ਸਾਡੇ ਅੰਦਰ ਪਾਪ ਨੇ, ਤਾਂ ਅਸੀਂ ਚੰਗੇ ਕਰਮਾਂ ਵੱਲ ਸਾਨੂੰ ਪ੍ਰੇਰਨਾ ਮਿਲੇਗੀ ਜਦੋਂ ਸ਼ਬਦ ਦੀ ਜਾਗ ਲੱਗੇਗੀ। ਜਦੋਂ ਬਾਣੀ ਨੂੰ ਅਸੀਂ ਬਾਰ-ਬਾਰ ਪੜਾਂਗੇ, ਵਿਚਾਰਾਂਗੇ, ਗੁਰੂ ਦੇ ਉਪਦੇਸ਼ ਨੂੰ ਅੰਦਰ ਜਾਗ ਲੱਗੇਗੀ, ਮਨ ਜਾਗੇਗਾ, ਸਾਡੀ ਸੋਚ ਕਨਵਰਟ ਹੋਏਗੀ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਹੁਣ ਰੱਬੀ ਰਿੜਕਣਾ ਜਿਹੜਾ ਹੈ, ਰਿੜਕਣ ਦਾ ਆਹਰ ਹੈ ਕਿ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਮਨ ਦੀ ਵਿਚਾਰ ਕਰਨੀ, ਪ੍ਰਭੂ ਦੀ ਯਾਦ ਨੂੰ ਆਪਣੇ ਮਨ ਵਿੱਚ ਵਸਾਣਾ,
ਜੋ ਮਨੁੱਖ ਆਪਣੇ ਮਨ ਵਿੱਚ ਪ੍ਰਭੂ ਦੀ ਯਾਦ ਨੂੰ ਰਿੜਕਣ ਦਾ ਆਹਰ ਬਣਾਉਂਦਾ ਹੈ। ਹੁਣ ਅੰਦਰ ਨਾ ਚੀਜ਼ ਰਿੜਕੀ ਤਾਂ ਜਾ ਰਹੀ ਹੈ, ਕੋਈ ਨਾ ਕੋਈ ਹਰ ਵਕਤ ਰਿੜਕਾ ਤੇ ਅੰਦਰ ਪਿਆ ਹੋਇਆ ਮਨ ਦੇ ਅੰਦਰ ਰਿੜਕਾ ਤੇ ਪਿਆ ਹੋਇਆ ਹੈ, ਵਿਚਾਰ ਤੇ ਉੱਠ ਰਹੇ ਨੇ। ਕਰੀਬ 60,000 ਵਿਚਾਰ ਮਨੁੱਖੀ ਮਨ ਵਿੱਚ 24 ਘੰਟਿਆਂ ਵਿੱਚ ਆ ਰਹੇ ਨੇ ਤੇ ਕਰੀਬ ਲਗਭਗ 70% ਵਿਚਾਰ ਜੋ ਨੇ ਮਨੁੱਖੀ ਮਨ ਵਿੱਚ ਨੈਗੇਟਿਵ ਆਉਂਦੇ ਨੇ, ਨਕਾਰਾਤਮਕ। ਆਮ ਮਨੁੱਖਾਂ ਦੀ ਗੱਲ ਹੈ, ਸਾਰਿਆਂ ਦੀ ਗੱਲ ਨਹੀਂ। ਬਹੁਗਿਣਤੀ ਦੇ ਅੰਦਰ ਵਿਚਾਰ 70% ਨੈਗੇਟਿਵ ਆ ਰਹੇ ਨੇ ਤੇ 60,000 ਵਿਚਾਰ ਮਨ ਵਿੱਚ ਹਰ ਰੋਜ਼ 24 ਘੰਟਿਆਂ ਵਿੱਚ ਆ ਰਹੇ ਨੇ। ਰੇੜਕਾ ਤੇ ਅੰਦਰ ਪਿਆ ਹੋਇਆ ਵਿਚਾਰਾਂ ਦਾ। ਪਰ ਇਹ ਹਰੀ ਦਾ ਵਿਲੋਵਨਾ ਨਹੀਂ ਹੈ। ਹੋ ਸਕਦਾ ਹੈ ਕੋਈ ਅੰਦਰ ਆਪਣੇ ਅੰਦਰ ਕ੍ਰੋਧ ਨੂੰ ਰਿੜਕ ਰਿਹਾ ਹੋਵੇ, ਉਹਦੇ ਅੰਦਰ ਕ੍ਰੋਧ ਦਾ ਰੇੜਕਾ ਪਿਆ ਹੋਵੇ ਕਿ ਅੱਜ ਫਲਾਣੇ ਦੇ ਦੰਦ ਭੰਨਣੇ ਨੇ। ਹੋ ਸਕਦਾ ਹੈ ਕਿਸੇ ਦੇ ਅੰਦਰ ਲੋਭ ਦਾ ਰੇੜਕਾ ਪਿਆ ਹੋਵੇ ਕਿ ਆ ਡੁਪਲੀਕੇਟ ਚੀਜ਼ਾਂ ਜੈਨੂਇਨ ਕਹਿ ਕੇ ਵੇਚਣੀਆਂ ਨੇ। ਕਿਸੇ ਦੇ ਅੰਦਰ ਕ੍ਰੋਧ ਦਾ ਰੇੜਕਾ ਪਿਆ ਹੋਵੇ, ਲੋਭ ਦਾ ਪਿਆ ਹੋਵੇ, ਮੋਹ ਦਾ ਪਿਆ ਹੋਵੇ, ਹੰਕਾਰ ਦਾ ਰੇੜਕਾ ਪਿਆ ਹੋਵੇ ਕਿ ਫਲਾਂ ਬੰਦੇ ਦੀ ਐਸੀ ਤੈਸੀ ਫੇਰਨੀ। ਰੇੜਕਾ ਤੇ ਪਿਆ ਹੈ ਅੰਦਰ। ਬਸ ਇਸ ਰੇੜਕੇ ਨੂੰ ਰਿੜਕਣ ਨੂੰ ਬਦਲਣਾ ਹੈ। ਜਿੱਥੋਂ ਤੱਤ ਨਿਕਲਣਾ ਹੈ ਜ਼ਿੰਦਗੀ ਦਾ, ਜਿੱਥੋਂ ਆਤਮਿਕ ਜੀਵਨ ਪੈਦਾ ਹੋਣਾ ਹੈ, ਉਹ ਕੀ ਹੈ? ਹਰ ਕਾ ਬਿਲੋਵਨਾ ਮਨ ਕਾ ਵਿਚਾਰਾ। ਮਨ ਦੇ ਅੰਦਰ ਰੱਬੀ ਵਿਚਾਰਾਂ ਦਾ ਰਿੜਕਣਾ ਪਾਣਾ, ਆਪਣੇ ਮਨ ਬਾਰੇ ਇਹ ਸੋਚਣਾ, ਸੈਲਫ ਐਨਾਲਿਸਿਸ ਕਰਨੀ ਔਰ ਆਪਣੇ ਅੰਦਰ ਪੋਜ਼ਿਟਿਵ ਵਿਚਾਰ ਪੈਦਾ ਕਰਨੇ ਬਾਰ-ਬਾਰ। ਜੇ ਕਿਤੇ ਝੂਠ ਦਾ ਵਿਚਾਰ ਆਉਂਦਾ ਉਹਨੂੰ ਡਿਲੀਟ ਕਰ ਦੇਣਾ, ਸੱਚ ਦਾ ਵਿਚਾਰ। ਜੇ ਕਿਤੇ ਈਰਖਾ ਦਾ ਵਿਚਾਰ ਪੈਦਾ ਵੀ ਹੁੰਦਾ ਹੈ, ਡਿਲੀਟ ਕਰਨਾ, ਉੱਥੇ ਪ੍ਰੇਮ ਦਾ ਵਿਚਾਰ। ਜੇ ਕਿਤੇ ਅਹੰਕਾਰ ਦੀ ਕਿਤੇ ਵਿਚਾਰ ਪੈਦਾ ਹੁੰਦਾ ਹੈ ਤੇ ਉਹਨੂੰ ਡਿਲੀਟ ਕਰਨਾ, ਉੱਥੇ ਨਿਮਰਤਾ ਦਾ ਵਿਚਾਰ। ਇਹਨੂੰ ਕਹਿੰਦੇ ਨੇ ਰੱਬ ਦਾ ਰਿੜਕਣਾ। ਇਹਦੇ ਵਿੱਚੋਂ ਮੱਖਣ ਨਿਕਲੇਗਾ ਜਦੋਂ ਬਾਰ-ਬਾਰ ਗੁਣਾ ਬਾਰੇ ਸੋਚਾਂਗੇ। ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਤੇ ਜਦੋਂ ਰਿੜਕਣਾ ਖਤਮ ਹੁੰਦਾ ਹੈ ਨਾ, ਦੁੱਧ ਰਿੜਕਿਆ ਜਾਂਦਾ ਹੈ, ਦਹੀਂ ਰਿੜਕਿਆ ਜਾਂਦਾ ਹੈ, ਫਿਰ ਮੱਖਣ ਮਿਲਦਾ ਹੈ। ਗੁਰੂ ਜੀ ਕਹਿੰਦੇ ਨੇ ਜੇ ਐਵੇਂ ਬਾਰ-ਬਾਰ ਰੱਬੀ ਗੁਣਾਂ ਦੀ ਵਿਚਾਰ ਕਰੋਗੇ ਤਾਂ ਗੁਰੂ ਦੀ ਕਿਰਪਾ ਨਾਲ ਇਹ ਹੋਏਗਾ। ਗੁਰੂ ਦੀ ਕਿਰਪਾ ਨਾਲ ਵਿਚਾਰਾਂ ਦਾ ਜਿਹੜਾ ਬਦਲਣਾ ਹੈ, ਸ਼ਬਦ ਸੰਜੋਵਾਂਗੇ, ਸ਼ਬਦ ਦੀ ਜਾਗ ਲਾਵਾਂਗੇ ਤਾਂ ਗੁਰੂ ਦੀ ਕਿਰਪਾ ਦੇ ਨਾਲ ਫਿਰ ਕੀ ਮਿਲੇਗਾ? ਅੰਮ੍ਰਿਤ ਧਾਰਾ। ਧਾਰਾ ਦਾ ਮਤਲਬ ਧਾਰ, ਸੋਮਾ, ਅੰਮ੍ਰਿਤ ਦਾ ਸੋਮਾ। ਫਿਰ ਅੰਮ੍ਰਿਤ ਦਾ ਸੋਮਾ ਮਿਲੇਗਾ, ਮੱਖਣ ਮਿਲੇਗਾ, ਫਿਰ ਆਤਮਿਕ ਜੀਵਨ ਮਿਲੇਗਾ। ਤੇ ਅੰਮ੍ਰਿਤ ਦਾ ਸੋਮਾ ਕੌਣ ਹੈ? ਰੱਬ। ਆਤਮਿਕ ਜੀਵਨ ਦੇਣ ਦਾ ਸੋਮਾ ਕੌਣ ਹੈ? ਰੱਬ। ਫਿਰ ਤੁਹਾਨੂੰ ਰੱਬ ਮਿਲ ਜਾਏਗਾ, ਮੀਨਸ ਤੁਸੀਂ ਸਚਿਆਰ ਹੋ ਜਾਓਗੇ, ਮਤਲਬ ਤੁਸੀਂ ਰੱਬ ਦਾ ਰੂਪ ਹੋ ਜਾਓਗੇ ਗੁਰੂ ਦੀ ਕਿਰਪਾ ਦੇ ਨਾਲ। ਜੇ ਤੁਸੀਂ ਆਪਣੇ ਤਨ ਨੂੰ ਮਟਕੀ ਬਣਾਉਂਦੇ ਹੋ, ਮਨ ਨੂੰ ਮਦਾਨੀ ਬਣਾਉਂਦੇ ਹੋ, ਗੁਰੂ ਸ਼ਬਦ ਦੀ ਜਾਗ ਲਗਾਉਂਦੇ ਹੋ, ਬਾਰ-ਬਾਰ ਗੁਣਾਂ ਦਾ ਚਿੰਤਨ ਕਰਦੇ ਹੋ, ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਹੁੰਦੇ ਹੋ, ਤਾਂ ਗੁਰੂ ਦੀ ਰਹਿਮਤ ਦੇ ਨਾਲ ਤੁਹਾਨੂੰ ਆਤਮਿਕ ਜੀਵਨ ਦੀ ਧਾਰਾ ਮਿਲੇਗੀ। ਤੁਹਾਡੇ ਅੰਦਰ ਆਤਮਿਕ ਜੀਵਨ ਦੇ ਚਸ਼ਮੇ ਚੱਲਣਗੇ। ਕਹੋ ਕਬੀਰ ਨਦਰ ਕਰੇ ਜੇ ਮੀਰਾ। ਮੀਰਾ ਦਾ ਮਤਲਬ ਪਾਤਸ਼ਾਹ, ਪ੍ਰਭੂ, ਹਰੀ, ਰੱਬ। ਨਦਰ ਕਰੇ ਦਾ ਮਤਲਬ ਜੇ ਰਹਿਮਤ ਕਰੇ। ਕਬੀਰ ਜੀ ਕਹਿੰਦੇ ਨੇ ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਰੱਬ ਮਿਹਰ ਕਰੇ, ਰੱਬ ਦੀ ਰਹਿਮਤ ਹੋ ਜਾਏ। ਰਾਮ ਨਾਮ ਲਗ ਉਤਰੇ ਤੀਰਾ। ਤੀਰਾ ਦਾ ਮਤਲਬ ਕੰਡਾ, ਲਗ ਦਾ ਮਤਲਬ ਲੱਗ ਕੇ, ਜੁੜ ਕੇ। ਰਾਮ ਨਾਮ ਦਾ ਮਤਲਬ ਵਿਆਪਕ ਜੋ ਪ੍ਰਭੂ ਹੈ ਉਹਦਾ ਨਾਮ, ਨਾਮ ਦਾ ਮਤਲਬ ਹੁਕਮ, ਸਿਫਤ, ਸਲਾਹ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੱਗ ਕੇ, ਰੱਬੀ ਹੁਕਮ ਦੇ ਅੰਦਰ ਚੱਲ ਕੇ, ਉਤਰੇ ਤੀਰਾ ਦਾ ਮਤਲਬ ਕਿਨਾਰੇ ਤੇ ਜਾ ਉਤਰਦੇ ਨੇ, ਭਵ ਸਾਗਰ ਚੋਂ ਪਾਰ ਹੋ ਜਾਂਦੇ ਨੇ। ਜਿਹੜਾ ਅੰਦਰ ਵਿਕਾਰਾਂ ਦਾ ਸਮੁੰਦਰ ਭਰਿਆ ਪਿਆ ਨਾ, ਉਹਦੇ ਤੋਂ ਪਾਰ ਲੰਘ ਜਾਂਦੇ ਨੇ। ਫਿਰ ਉਹ ਵਿਕਾਰਾਂ ਦੇ ਵਿੱਚ ਡੁੱਬਦੇ ਨਹੀਂ, ਫਿਰ ਉਹ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ। ਉਹਨਾਂ ਦੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਉਹ ਨੈਗੇਟਿਵਿਟੀ ਦੇ ਵਿੱਚ ਗੋਤੇ ਨਹੀਂ ਖਾਂਦੇ। ਉਹਨਾਂ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਜਾਂ ਇਨਫੀਰੀਓਰਿਟੀ ਕੰਪਲੈਕਸ ਨਹੀਂ ਹੁੰਦਾ। ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਰੇੜਕੇ ਨਹੀਂ ਰਹਿੰਦੇ। ਉਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆ ਜਾਂਦਾ ਹੈ। ਉਹ ਮੁਕਤ ਹੋ ਜਾਂਦੇ ਨੇ ਵਿਕਾਰਾਂ ਤੋਂ, ਉਹਨਾਂ ਦੀ ਖਲਾਸੀ ਹੋ ਜਾਂਦੀ ਹੈ ਔਰ ਉਹ ਲੋਕ ਇਹਨਾਂ ਵਿਕਾਰਾਂ ਤੋਂ ਪਾਰ ਹੋ ਜਾਂਦੇ ਨੇ। ਤਾਂ ਦੇਖੋ, ਸੰਸਾਰ
ਵਿਕਾਰਾਂ ਦੇ ਅੰਦਰ ਡੁੱਬ ਰਿਹਾ ਹੈ। ਮਰਨ ਤੋਂ ਬਾਅਦ ਭਵਸਾਗਰ ਨਹੀਂ, ਜਿਉਂਦਿਆਂ ਭਵਸਾਗਰ ਹੈ। ਜਿਉਂਦਿਆਂ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਗੋਤੇ ਖਾ ਰਹੇ ਨੇ। ਜਿਉਂਦਿਆਂ ਦੇ ਸਾਡੇ ਘਰਾਂ ਔਰ ਪਰਿਵਾਰਾਂ ਦੇ ਅੰਦਰ ਅਸ਼ਾਂਤੀ ਹੈ। ਜਿਉਂਦੇ ਅਸੀਂ ਪਰਸਨਲੀ ਤੌਰ ਤੇ ਵਿਕਾਰਾਂ ਵਿੱਚ ਖਚਤ ਹੋ ਕੇ ਪਰੇਸ਼ਾਨ ਔਰ ਚਿੰਤਾਵਾਂ ਦੇ ਵਿੱਚ ਖਚਤ ਹਾਂ। ਤੇ ਜੇ ਹਰ ਬੰਦਾ ਇਹ ਸ਼ਬਦ ਨੂੰ ਸਮਝ ਲਵੇ, ਕਿਸੇ ਵੀ ਸ਼ਬਦ ਇੱਕ ਨੂੰ, ਉਹਦੇ ਤੇ ਅਮਲ ਕਰ ਲੈ, ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ ਜਾਏ, ਤਾਂ ਬੰਦਾ ਆਨੰਦ ਮਾਣ ਸਕਦਾ ਹੈ ਔਰ ਸੰਸਾਰ ਨੂੰ ਵੀ ਉਹ ਸੁਖ ਸ਼ਾਂਤੀ ਦੇ ਸਕਦਾ ਹੈ। ਤਾਂ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।